ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮਾਫੀ ਚਾਹੁੰਦੇ 2-3 ਮਿੰਟ ਲੇਟ ਹੈ, ਬਟ ਅੱਜ ਜਿਹੜਾ ਲਾਈਵ ਹੈ ਬਹੁਤ ਹੀ ਅਹਿਮ ਹੈ। ਬਹੁਤ ਹੀ ਖਾਸ ਗੱਲਾਂ ਕਰਨੀਆਂ ਕੈਨੇਡਾ ਨੂੰ ਲੈ ਕੇ ਵੀ ਇੰਟਰਵਿਊਜ਼ ਆ ਰਹੀਆਂ ਨੇ, ਪਰ ਕਿਹਨਾਂ ਦੀਆਂ ਆ ਰਹੀਆਂ ਅੱਜ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਵਾਲ ਕੀ ਹੋ ਰਹੇ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਕੌਣ ਇੰਟਰਵਿਊ ਦੇ ਵਿੱਚ ਰਿਜੈਕਟ ਹੋ ਸਕਦਾ ਹੈ, ਰਿਜੈਕਸ਼ਨ ਆ ਸਕਦੀ ਹੈ। ਇਹ ਗੱਲਾਂ ਜਾਣਨੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜੇ ਇੰਟਰਵਿਊ ਨੂੰ ਬਹੁਤ ਲਾਈਟਲੀ ਲੈਂਦੇ ਰਹੇ, ਆਪਾਂ ਇਹੀ ਕਰਦੇ ਰਹੇ ਨਹੀਂ ਆ ਨਹੀਂ ਰਹੀਆਂ ਜੀ, ਸਾਡੇ ਬੱਚਿਆਂ ਦੀ ਆਈਆਂ ਨਹੀਂ, ਰੈਂਡਮਲੀ ਕਿਸੇ ਦੀ ਵੀ ਆ ਸਕਦੀ ਹੈ। ਅਸੀਂ ਲਾਸਟ ਸ਼ੋਅ 'ਚ ਵੀ ਤੁਹਾਡੇ ਨਾਲ ਕਲੀਅਰ ਕੀਤਾ ਸੀਗਾ ਵੀ ਵੈਨਕੂਵਰ ਦੇ ਕਾਲਜ ਦੀ ਵੀ ਆਈ ਹੈ, ਸਿਰਫ ਇਹ ਨਹੀਂ ਵੀ ਮੌਂਟਰੀਅਲ ਵਾਲੇ ਦੀ ਆ ਰਹੀਆਂ ਨੇ। ਹਾਂ, ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਇੰਟਰਵਿਊ ਨੂੰ ਲੈ ਕੇ। ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਡਾਇਰੈਕਟਲੀ ਜਿਹੜਾ ਨੰਬਰ ਚੱਲ ਰਿਹਾ ਉਹ 'ਤੇ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਇੰਟਰਵਿਊ ਆਈ ਹੈ ਤਾਂ ਵੀ ਜ਼ਰੂਰ ਸਾਡੇ ਨਾਲ ਗੱਲਬਾਤ ਕਰਿਓ। ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ ਗੋ ਗਲੋਬਲ ਤੋਂ ਆਏ ਨਵਨੀਤ ਜੀ ਬਹੁਤ ਸਵਾਲ। ਸਤਿ ਸ਼੍ਰੀ ਅਕਾਲ ਅਮਨ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਇੰਟਰਵਿਊ ਵਾਲਾ ਭੰਬਲ ਪੂਸਾ ਹੋਰ ਵੱਧ ਗਿਆ। ਜਦੋਂ ਕਿਤੇ ਲੱਗਦਾ ਵੀ ਇੰਟਰਵਿਊ ਫੇਕ ਤਾਂ ਨਹੀਂ, ਰਿਐਲਿਟੀ ਨਹੀਂ, ਬਦਕਿਸਮਤੀ ਨਾਲ ਜਿਨ੍ਹਾਂ ਨੇ ਪੈਕੇਜ ਵਾਲੇ ਠੋਕਵੇ ਕਰੇ ਸੀ ਉਹਨਾਂ ਦੀ ਇੰਟਰਵਿਊ ਨਿਊਜ਼ ਬਹੁਤ ਜ਼ਿਆਦਾ ਆ ਰਹੀ ਹੈ। ਛੋਟੇ ਕਾਲਜਸ, ਅਨਨੋਨ ਕਾਲਜਸ, ਨੋ ਵਰਕ ਰਾਈਟਸ, ਕਿਉਂ, ਕਾਦੇ ਲਈ? ਜੇ ਐਮਬੈਸੀ ਜੈਨੂਇਨਲੀ ਇੰਟਰਵਿਊ ਵੀ ਲੈ ਰਹੀ ਹੈ, ਇੱਕ ਸਵਾਲ ਤਾਂ ਅਗਲੇ ਪੁੱਛਣਗੇ ਵੀ ਇੱਕ ਪਾਸੇ ਐਸਡੀਐਸ ਕਾਲਜ 'ਚ ਕੰਮ ਦੇ ਅਖਤਿਆਰਾਤ ਨੇ, ਦੂਜੇ ਪਾਸੇ ਜੇ ਤੁਸੀਂ ਕਹਿੰਦੇ ਵੀ ਸਾਡੇ ਕੋਲ ਜੀਆਈਸੀ ਜੋਗੇ ਪੈਸੇ ਵੀ ਹੈ, ਸਾਡੇ ਕੋਲ ਸਾਰਾ ਕੁਝ ਹੈ, ਇੱਕ ਲੋ ਫੀਸ ਕਾਲਜ ਵਿਦਆਊਟ ਵਰਕ ਰਾਈਟਸ ਕਿਉਂ? ਸੋ ਇੱਕ ਸਵਾਲ ਬੜੇ ਆ ਵੀ ਜੇ 30 ਲੱਖ ਰੁਪਇਆ ਲਾ ਕੇ ਉੱਥੇ ਪੜਨ ਚੱਲੇ ਹੋ, ਆਪਣੇ ਦੇਸ਼ ਕਿਉਂ ਨਹੀਂ ਪੜਦੇ? ਅਮਨ ਭਾਜੀ ਸਵਾਲ ਇਹ ਆਊਗਾ ਜੇ ਅਸੀਂ ਕਹਦੇ ਜੀ ਆਈ ਐਮ ਗੋਇੰਗ ਫॉर ਕੈਨੇਡੀਅਨ ਐਕਸਪੀਰੀਅੰਸ ਓਨਲੀ, ਆਪਾਂ ਕਿਹੜਾ ਯਾਰਕ ਯੂਨੀਵਰਸਿਟੀ ਚੱਲੇ ਆ ਜਾਂ ਆਪਾਂ ਕਿਹੜੀ ਟੌਪ ਯੂਨੀਵਰਸਿਟੀ ਚੱਲੇ ਕਿ ਐਕਸਪੀਰੀਅੰਸ ਲੈਣ ਚੱਲੇ ਆ? ਚੱਲੇ ਆਪਾਂ ਇੱਕ 4 ਕਮਰੇ ਵਾਲੇ ਕਾਲਜ 'ਚ, ਆਪਾਂ ਕਿਹੜੇ ਬੇਸ ਤੇ ਕਹਿੰਦੇ ਜੀ ਮੈਂ ਕੈਨੇਡੀਅਨ ਐਕਸਪੀਰੀਅੰਸ ਲੈਣ ਚੱਲਾਂ। ਸੋ ਜਦ ਤਾਈਂ ਭਾਜੀ ਚੀਜ਼ਾਂ ਸਵਰਦੀਆਂ ਚੱਲਦੀਆਂ ਚੱਲੀ ਜਾਂਦੀਆਂ। ਹਾਂ, ਮੇਰੇ ਇੱਕ ਤੋਂ ਬੱਚਿਆਂ ਨੂੰ ਇੰਟਰਵਿਊ ਕਾਲਸ ਆਈਆਂ, ਕਾਲ ਬੈਕ ਕੀਤਾ, ਨੰਬਰ ਥਰੂ ਨਹੀਂ ਹੋਇਆ, ਬਟ ਦੁਬਾਰਾ ਕਾਲ ਨਹੀਂ ਆਈ। ਰਾਈਟ, ਸੋ ਮੇਰੇ ਪਰਸਨਲੀ ਬੱਚਿਆਂ ਨੂੰ ਵੀ ਕੁਝ ਇੰਟਰਵਿਊ ਕਾਲਸ ਆਈਆਂ ਔਰ ਸਾਡੇ ਕੋਲੇ ਵਾਇਆ ਈਮੇਲ ਆਪਾਂ ਅੱਜ ਲਾ ਕੇ ਚੱਲੇ ਵੀ ਇੰਟਰਵਿਊਜ਼ ਆ ਰਹੀਆਂ, ਰੈਂਡਮਲੀ ਆ ਰਹੀਆਂ, ਤਾਂ ਬੱਚੇ ਤਿਆਰ ਰਹਿਣ। ਬੱਚੇ ਤਿਆਰ ਰਹਿਣ, ਘੱਟੋ ਘੱਟ ਜੇ ਕੋਈ ਫਰਾਡ ਹੈ, ਫਾਰਸ ਹੈ, ਝੂਠ ਹੈ, ਸੱਚ ਹੈ, ਪਰ ਆਪਾਂ ਨੂੰ ਜੋ ਸਵਾਲਾਂ ਦਾ ਤਿਆਰ ਤਾਂ ਬੇਸਿਕਲੀ ਇਹ ਵੀ ਆਪਣੀ ਪਰਸਨਲ ਡਿਟੇਲਸ, ਬੈਂਕ ਡਿਟੇਲਸ ਇਹ ਸ਼ੇਅਰ ਨਾ ਕਰੋ, ਬਟ ਜੇ ਤੁਹਾਡੇ ਕਾਲਜ ਕੋਰਸ, ਕੁਆਰੰਟਾਈਨ ਸੰਬੰਧੀ ਜਾਂ ਹੋਰ ਕੋਈ ਸਵਾਲ ਹੁੰਦੇ ਉਹਦਾ ਜਵਾਬ ਤਿਆਰ ਰੱਖੋ। ਭਾਜੀ ਕਈ ਬੱਚਿਆਂ ਨੇ ਸਵਾਲ ਕਿਹਾ ਜੀ, ਕਹਿੰਦਾ ਸਾਡੇ ਤੋਂ ਇਹ ਪੁੱਛ ਰਹੇ ਬਾਰ-ਬਾਰ ਏਜੰਟ ਨੇ ਪੈਸੇ ਕਿੰਨੇ ਲਿੱਤੇ। ਅੱਛਾ, ਇੱਥੋਂ ਬਿਲਕੁਲ ਇੱਕ ਸਵਾਲ ਕਈ ਬੱਚਿਆਂ ਨੂੰ ਮੈਨੂੰ ਬੱਚਿਆਂ ਨੇ ਕਿਹਾ, ਕਹਿੰਦੇ ਜੀ ਜਦ ਕਿ ਨਾਰਮਲੀ ਹਾਈ ਕਮਿਸ਼ਨ ਕਦੀ ਨਹੀਂ ਪੁੱਛਦੀ ਚਾਰजेस ਨੂੰ, ਲਾਈਕ ਤੁਸੀਂ ਮੁਫਤ ਲਾਓ, ਤੁਸੀਂ ਲੱਖ ਲਓ, 2 ਲੱਖ ਲਓ, 4 ਲੱਖ ਲਓ। ਕਈ ਕੰਸਲਟੈਂਟ ਵੀਰ ਬੜੀ ਐਡ ਕਰਦੇ ਨੇ, ਵੱਡੇ ਜਿਹੜੇ ਵੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਇਹ ਐਡਾਂ ਉੱਥੇ ਵੀ ਪਹੁੰਚਦੀਆਂ ਤੇ ਸਾਡੇ ਨਾਲ ਵੀਰ ਹੀ ਬੈਠੇ ਸੀਗੇ। ਇੱਕ ਦਿਨ ਸਾਡੇ ਕੰਸਲਟੈਂਟ ਨੇ ਗੱਲ ਕੀਤੀ, ਵੀਰ ਨੇ ਕਹਿੰਦਾ ਜੀ ਮੇਰੀ ਇੰਟਰਵਿਊਜ਼ ਆਈਆਂ ਬੱਚਿਆਂ ਦੀਆਂ, ਮੈਂ ਐਡ ਕਰਦਾ ਵੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਾਉਂਗਾ, ਔਰ ਮੈਨੂੰ ਲੱਗਦਾ ਪੈਕੇਜ ਵਾਲੇ ਜਿੱਥੇ ਬੱਚਿਆਂ ਦੀਆਂ ਉਹਨਾਂ ਦੀਆਂ ਜ਼ਿਆਦਾ ਇੰਟਰਵਿਊ ਆ ਰਹੀਆਂ। ਆਪਣਾ ਅੱਜ ਕਿਤੇ ਵੀ ਸਿੰਘੂ ਬਾਰਡਰ ਦੀ ਖਬਰ ਦੇਖਦੇ ਹਾਂ, ਕੁਝ ਵੀ ਦੇਖਦੇ ਹਾਂ ਜਿੱਥੇ ਐਲ ਬੈਂਡ ਚੱਲਦਾ, ਇਸ ਚੈਨਲ ਤੇ ਮੇਰਾ ਵੀ ਚੱਲਦਾ, ਰਾਈਟ। ਸੋ ਉੱਥੇ ਕੀ ਲਿਖਿਆ ਆਉਂਦਾ ਕਈ ਲੋਕਾਂ ਦਾ ਫੀ ਪੇ ਫੀ ਵੀਜ਼ਾ ਆਫਟਰ ਵੀਜ਼ਾ, ਜਦ ਪਰ ਨਿਊਜ਼ ਚੈਨਲਾਂ ਤੇ ਐਡ ਜਾਰੀ ਹਰ ਥਾਂ ਤੇ ਜਾਰੀ ਹੈ। ਉਹਨਾਂ ਦਾ ਵੀ ਇੱਕ PR ਮਹਿਕਮਾ, ਉਹ ਵੀ ਨਿਊਜ਼ ਚੈਨਲਸ ਨਾਲ ਰਾਬਤਾ ਰੱਖਦੇ ਤੋਂ ਪੜ੍ਹਦੇ ਕਿ ਫੀ ਆਫਟਰ ਵੀਜ਼ਾ, ਉਹ ਵੀ ਕੀ ਪਤਾ ਸੱਚ ਜਾਣਨਾ ਚਾਹੁੰਦੇ ਆ, ਕਿਉਂਕਿ ਉਹਨਾਂ ਦਾ ਅਸੂਲ ਤਾਂ ਇਹੀ ਕਹਿੰਦਾ, ਜਾਂ ਜਿਹੜਾ ਸਰਕਾਰੀ ਕਾਨੂੰਨ ਆ ਤਾਂ ਇਹੀ ਕਹਿੰਦਾ ਵੀ ਆਪ ਦੇ ਪੈਸੇ ਬੰਦਾ ਆਪ ਦੇ ਸਕਦਾ, ਕੋਈ ਥਰਡ ਪਾਰਟੀ ਤੁਹਾਨੂੰ ਇਹ ਸਮਝਣ ਵਾਲੀ ਗੱਲ ਹੈ, ਬੜੀ ਟੈਕਨੀਕਲ ਚੀਜ਼ ਹੈ ਭਾਜੀ। ਸਭ ਤੋਂ ਵੱਡਾ ਪੁਆਇੰਟ ਹੈ ਜਿਹਦੇ ਅੰਡਰ ਅਸੀਂ ਆਉਂਦੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਉਹਦੇ ਤਹਿਤ ਮੇਰੇ ਪੈਸੇ ਮੇਰੇ ਪਿਤਾ ਜੀ, ਮੇਰੀ ਪਤਨੀ, ਮੇਰੇ ਮੇਰਾ ਭਰਾ ਵੀ ਨਹੀਂ ਦੇ ਸਕਦਾ, ਮੇਰੀ ਮਾਤਾ ਜੀ ਤੇ ਮੇਰਾ ਗ੍ਰੈਂਡਫਾਦਰ ਦੇ ਸਕਦੇ। ਆਪਾਂ ਇੱਥੇ ਆਉਂਦੇ ਆ ਦੁਆਰਾ, ਇਹ ਬੜਾ ਲੌਜਿਕ ਜਿਹਾ ਪੁਆਇੰਟ ਹੈ। ਆਪਾਂ ਕਾਲ ਲੈ ਲਈ। ਹੈਲੋ ਆਈ ਥਿੰਕ ਫੋਨ ਕੱਟ ਕੇ ਮੈਂ ਜੀ ਫਿਰ ਆ ਜਾਣਾ। ਅਸੀਂ ਇਹ ਨਹੀਂ ਕਹਿ ਸਕਦੇ ਉੱਥੇ ਵੀ ਜੀ ਸਾਡੇ ਤਾਂ ਇੱਥੇ ਠੱਗੀ ਵੱਜਦੀ ਹੈ ਜੀ, ਸਾਡੇ ਪੈਸੇ ਖਰਾਬ ਹੋ ਜਾਂਦੇ ਆ। ਭਾਜੀ ਕੋਈ ਠੱਗ ਨਹੀਂ ਹੈ, ਦੇਖੋ ਏਜੰਟ ਠੱਗ ਨਹੀਂ ਹੈ। ਮੈਂ ਇਹਦਾ ਕਾਰਨ ਕਹਿੰਦਾ, ਉਹਨੇ ਐਡ ਲਾਈ, ਮੈਂ ਸਾਰੇ ਪੈਸੇ ਬਾਅਦ ਚ ਲਾਂਗਾ, ਰਾਈਟ। ਤੁਸੀਂ ਕਿਉਂ ਗਏ ਘਰੋਂ ਚੱਕ ਕੇ ਤਾਂ ਅਗਲਾ ਲੱਗਿਆ ਨਹੀਂ, ਐਡ ਦੇਖੀ। ਮੈਂ ਏਜੰਟ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਹਾਂ ਵੀ ਜਿਹੜੇ ਏਜੰਟ ਤੋਂ ਡਰਦੇ, ਅਸੀਂ ਕਹਿੰਦੇ ਨਹੀਂ ਜੀ ਪੈਸੇ ਖਰਾਬ ਕਰ ਦਿੰਦੇ ਕੁਝ ਏਜੰਟ, ਅਸੀਂ ਉਹਨਾਂ ਕਰਕੇ ਪੈਸੇ ਪਹਿਲੇ ਦੇਣੇ ਹੀ ਨਹੀਂ, ਸਾਨੂੰ ਕੰਮ ਕਰਕੇ ਦਿਓ ਤਾਂ ਅਸੀਂ ਦੇਵਾਂਗੇ। ਬਟ ਰੂਲ ਕੀ ਕਹਿੰਦਾ? ਰੂਲ ਤਾਂ ਇਹ ਕਹਿੰਦਾ ਵੀ ਤੁਸੀਂ ਕੰਸਲਟੈਂਟ ਦੀ ਯੂਜ਼ ਕਰ ਰਹੇ ਹੋ, ਕੰਸੈਂਟ ਫਾਰਮ ਭਰਿਆ ਹੋਇਆ, ਕਾਲਜ ਦੀ ਆਫਰ ਲੈਟਰ ਉੱਪਰ ਨਾਮ ਲਿਖਿਆ ਹੋਇਆ, ਕਾਲਜ ਨੇ ਮੇਰੇ ਕੋਲੋਂ ਤੁਸੀਂ ਆਫਰ ਲੈਟਰ ਮੰਗਵਾਉਂਦੇ ਹੋ, ਕਈ ਕਾਲਜਾਂ ਦੇ ਉੱਪਰ ਬਕਾਇਦਾ ਗੋ ਗਲੋਬਲ ਕੰਸਲਟੈਂਟਸ ਲਿਖਿਆ ਹੁੰਦਾ। ਕਿਉਂ ਲਾਇਆ? ਕਿਉਂਕਿ ਉਹਨਾਂ ਨੇ ਮੈਨੂੰ ਕੰਸਲਟੈਂਟ ਅਪਾਇੰਟ ਕੀਤਾ ਕਿ ਇਹ ਤੁਹਾਨੂੰ ਗਾਈਡ ਕਰ ਰਿਹਾ। ਸੱਚ ਭਾਜੀ ਉੱਥੇ ਮੈਂ ਮਾੜਾ ਜਿਹਾ ਕਹਿ ਦਿੰਦਾ ਜੀ, 22 ਤਰੀਕ ਨੂੰ ਮੈਂ ਲੁਧਿਆਣੇ ਹੋਣਾ, ਮੇਰੇ ਨਾਲ ਐਲਗੋਨਕੁਇਨ ਕਾਲਜ ਤੋਂ ਮਿਸਟਰ ਵਿਨੀਤ ਬਜਾਜ ਹੋਣਗੇ ਜਿਹੜੇ ਏਸ਼ੀਆ ਨੂੰ ਹੈਡ ਕਰਦੇ ਪੂਰੇ। ਜਲੰਧਰ ਵੀ ਮੇਰੇ ਨਾਲ ਸਵੇਰੇ 10 ਤੋਂ 2 ਅਗਲੇ ਦਿਨ 23 ਤਰੀਕ ਨੂੰ ਹੋਣਗੇ। 24 ਤਰੀਕ ਨੂੰ ਮੈਂ ਅੰਮ੍ਰਿਤਸਰ ਸਾਹਿਬ ਸਵੇਰੇ 9:30 ਤੋਂ ਲੈ ਕੇ ਲਗਭਗ 2:30 ਵਜੇ ਤੱਕ ਫੇਰ ਰਹਾਂਗਾ। ਸੋ 22, 23, 24 ਨੂੰ ਮੇਰੀ ਫੇਰੀ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੀ ਹੈ ਜੀ। ਕਾਲ ਲੈਣੇ ਜੀ। ਹੈਲੋ
ਮੈਂ ਟੈਕਨੀਕਲ ਟੀਮ ਨੂੰ ਜ਼ਰੂਰ ਚਾਹੂੰਗਾ ਜੀ ਕਿਤੇ ਸਾਡੇ ਵੱਲੋਂ ਕੋਈ ਪ੍ਰੋਬਲਮ ਨਾ ਹੋਵੇ। ਕਾਲਸ ਬਹੁਤ ਵੱਜ ਰਹੀਆਂ, ਆਵਾਜ਼ ਪਤਾ ਨਹੀਂ ਸਾਡੇ ਤੱਕ ਨਹੀਂ ਆ ਪਾ ਰਹੀ ਜਾਂ ਉਹ ਸੈਂਡ ਤੋਂ ਕੋਈ ਦਿੱਕਤ ਹੈ, ਉਹ ਪਲੀਜ਼ ਇੱਕ ਵਾਰੀ ਚੈੱਕ ਕਰਨ। ਭਾਜੀ ਮੇਰੇ ਕੋਲ ਇੱਕ ਬੱਚਾ ਬੈਠਾ, ਮੋਗੇ ਕਾਉਂਸਲਿੰਗ ਚੱਲ ਰਹੀ, ਮੈਨੂੰ ਗੱਲ ਮਾੜੀ ਵੀ ਲੱਗੀ ਚੰਗੀ ਵੀ ਲੱਗੀ, ਕਹਿੰਦਾ ਭਾਜੀ ਪੈਕੇਜ ਹੀ ਕਰ ਲਓ, ਡਾਲਰ ਮਹਿੰਗਾ ਹੋ ਗਿਆ। ਮਤਲਬ ਇੰਨਾ ਕਿ ਪੰਜਾਬ 'ਚ ਐਕਸੈਪਟੇਬਲ ਹੋ ਗਿਆ ਜੀ, ਡਾਲਰ ਮਹਿੰਗਾ ਹੋ ਗਿਆ, ਪੈਕੇਜ ਹੀ ਕਰ ਲਓ, ਰਾਈਟ। ਕਿਉਂਕਿ ਅੱਛਾ ਅੱਜ ਪੈਕੇਜ ਵਾਲੀ ਦੀ ਪ੍ਰੋਬਲਮ ਕੀ ਹੈ ਭਾਜੀ, ਅੱਜ ਕਿਊਬੈਕ ਰੁਕਿਆ ਹੋਇਆ, ਕਿਊਬੈਕ ਦੇ ਵੀਜ਼ਾਸ ਬਹੁਤ ਜ਼ਿਆਦਾ ਗ੍ਰਾਂਟਸ ਨਹੀਂ ਆਈਆਂ, ਇਹ ਨਹੀਂ ਕਿ ਕਿਊਬੈਕ ਬੰਦ ਹੋ ਗਿਆ। ਜਿੱਥੇ ਤੁਸੀਂ ਇੰਟਰਵਿਊ ਪੈਟਰਨ ਭਾਜੀ, ਮੈਂ ਜਿਹੜੇ ਕੰਸਲਟੈਂਟਸ ਨਾਲ ਗੱਲ ਹੋਈ, ਮੈਂ ਪ੍ਰੋਫਾਈਲ ਪੈਟਰਨ ਲੈਣ ਦੀ ਕੋਸ਼ਿਸ਼ ਕੀਤੀ, ਲਗਭਗ ਬੱਚੇ ਐਸਟੀਐਸ ਨਾਨ ਐਸਟੀਐਸ ਜਾਂ ਪ੍ਰਾਈਵੇਟ ਕਾਲਜ ਸੀ, ਜੋ ਪੈਟਰਨ ਮੈਨੂੰ ਦੇਖਣ 'ਚ ਲੱਗਾ, ਜੋ ਰੁਝਾਨ ਲੱਗਾ। ਹੈਲੋ, ਅੱਛਾ ਇੱਕ ਚੀਜ਼ ਮੈਨੂੰ ਦੱਸੋ, ਸਾਰੇ ਸਿਸਟਮ ਦੇ ਵਿੱਚੋਂ ਜਿਹੜੇ ਪੈਕੇਜ ਵਾਲੇ ਬੱਚਿਆਂ ਨੂੰ ਅਵੇਅਰਨੈਸ ਹੈ ਨਹੀਂ ਜਾਂ ਉਹਨਾਂ ਲਈ ਨਹੀਂ ਜਾਂ ਦਿੱਤੀ ਨਹੀਂ ਗਈ, ਕੋਈ ਵੀ ਚੈਨਲ ਲੈ ਲਈਏ, ਉਹਨਾਂ ਤੇ ਇੰਪੈਕਟ ਰਹੇਗਾ ਜੇ ਇੰਟਰਵਿਊ ਵਾਕਈ ਉਹਨਾਂ ਦੀ ਆ ਗਈ ਜੀ? ਇੰਪੈਕਟ ਰਹੂਗਾ ਭਾਜੀ, ਉਹਨਾਂ ਨੂੰ ਡਿਕਲੇਅਰ ਕਰਨਾ ਪਏਗਾ ਮੈਂ ਕਿੰਨੇ ਪੈਸੇ ਦਿੱਤੇ ਆ, ਕਿ ਜਾਂ ਜੇ ਨਹੀਂ ਡਿਕਲੇਅਰ ਕਰਦੇ ਕੀ ਕਹਿਣਗੇ ਜੀ ਮੈਨੂੰ ਪਤਾ ਨਹੀਂ, ਕੀ ਕਹਿਣਗੇ ਭਾਜੀ ਕਈਆਂ ਨੂੰ ਆਪਣੀ 10 ਲੈਟਰ ਬਾਰੇ ਹੀ ਨਹੀਂ ਪਤਾ, ਐਸਓਪੀ ਬਾਰੇ ਨਹੀਂ ਪਤਾ। ਭਾਜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਹੈ ਨਾ ਜੀ, ਇਹ ਵੀ ਰਿਫਿਊਜ਼ਲ ਦਾ ਕਾਰਨ ਬਣ ਸਕਦਾ, ਰਿਫਿਊਜ਼ ਹੋ ਸਕਦਾ। ਤੁਸੀਂ ਕਹਿ ਰਹੇ ਹੋ ਜੀ ਮੈਂ ਕੈਨੇਡਾ ਇੱਕ ਫਾਈਲ ਲਾਈ, ਉਹਦੇ 'ਚ ਮੈਂ ਇੱਕ ਐਸਓਪੀ ਲਿਖੀ, ਮੈਂ ਇੱਕ ਫਾਰਮ ਭਰਿਆ, ਜ਼ਿੰਮੇਵਾਰ ਤੁਸੀਂ ਹੋ ਭਾਈ ਸਾਹਿਬ। 18 ਸਾਲ ਦੀ ਉਮਰ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ, ਉਸ ਤੋਂ ਪਹਿਲਾਂ ਗਾਰਡੀਅਨਸ਼ਿਪ ਮਾਂ-ਬਾਪ ਦੇ ਸਾਈਨ ਕਰੇ ਹੁੰਦੇ ਆ। ਤੁਸੀਂ ਕੰਸਲਟੈਂਟ ਤੇ ਗੱਲ ਪਾ ਕੇ ਨਹੀਂ ਮੁੱਕ ਸਕਦੇ, ਬਾਅਦ 'ਚ ਥਾਣਾ ਕਚਹਿਰੀ ਕਰਦੇ ਰਹੋ, ਉਹਦੇ ਨਾਲ ਜੋ ਮਰਜ਼ੀ ਕਰਦੇ ਰਹੋ। ਬਟ ਜਿਹੜਾ ਵੀਜ਼ਾ ਅਫਸਰ ਤੁਹਾਨੂੰ ਪੁੱਛੂਗਾ ਵੀ ਆਫਟਰ ਆਲ ਆਉਣਾ ਕਿੰਨੇ, ਤੁਸੀਂ ਪੜ੍ਹਨਾ ਕਿੰਨੇ, ਤੁਸੀਂ ਕੰਸਲਟੈਂਟ ਮਾਮਾ ਲੱਗਾ ਜਿਹੜਾ ਤੁਹਾਡੇ ਪੈਸੇ ਭਰੂਗਾ, ਰਾਈਟ। ਸੋ ਯੂ ਕਾਂਟ ਸੇ ਕਿ ਜੀ ਮੈਨੂੰ ਪਤਾ ਨਹੀਂ ਹੈ। ਸੋ ਜਾਣ ਲਓ ਸਮੈਸਟਰ ਦੀ ਫੀਸ ਕਿੰਨੀ ਹੈ, ਸਾਲ ਦੀ ਕਿੰਨੀ ਹੈ, ਪੂਰੇ 2 ਸਾਲ ਦੀ ਕਿੰਨੀ ਹੈ, GIC ਗਈ ਹੈ ਕਿ ਨਹੀਂ ਗਈ ਹੈ, GIC ਕਿੰਨੀ ਗਈ ਹੈ, ਕਿੰਨੇ ਡਾਲਰਸ 'ਚ ਅਮਾਊਂਟ ਗਏ। ਭਾਜੀ ਇੱਕ ਬੱਚੇ ਨੂੰ ਇੱਥੇ ਦੱਸਿਆ ਕਿ ਮੈਨੂੰ ਇਹ ਪੁੱਛਿਆ ਗਿਆ ਤੂੰ ਫੀ ਰਿਮਿਟ ਕਿਵੇਂ ਕੀਤੀ ਹੈ, ਤੂੰ ਫੀ ਰਿਮਿਟ ਕਿਵੇਂ ਕੀਤੀ ਹੈ। ਸੋ ਇੱਥੇ ਤੱਕ ਸਵਾਲ ਪੁੱਛਿਆ ਗਿਆ, ਜੋ ਹੁਣ ਉਹ ਬੱਚੇ ਹੀ ਦੱਸ ਰਹੇ ਗੱਲਾਂ, ਹਾਲੇ ਇੱਕ ਦੋ ਰਿਕਾਰਡਿੰਗਸ ਵੀ ਸਰਫੇਸ ਹੋਈਆਂ। ਸੋ ਬੱਚੇ ਨੇ ਇੱਥੇ ਤੱਕ ਦੱਸਿਆ ਕਿ ਤੂੰ ਫੀ ਰਿਮਿਟ ਕਿੱਥੋਂ ਕੀਤੀ ਹੈ। ਸੋ ਬਹੁਤ ਰੈਂਡਮ ਆ ਰਹੀ ਹੈ ਭਾਜੀ, ਇਹ ਨਹੀਂ ਹੈ ਕਿ ਵੀ ਹਰ ਇੱਕ ਬਟ ਆ ਰਹੀ ਹੈ, ਤਿਆਰੀ ਰੱਖੋਗੇ ਨਾ ਆਪਣੀ, ਤਿਆਰੀ ਰੱਖਣੀ ਚਾਹੀਦੀ ਜੀ। ਹੈਲੋ ਹੈਲੋ, ਮੇਰੇ ਖਿਆਲ ਸ਼ਾਇਦ ਰੇਂਜ ਦੀ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਹੈ, ਆਵਾਜ਼ ਸਾਡੇ ਤੱਕ ਪ੍ਰੋਪਰ ਨਹੀਂ ਆ ਪਾ ਰਹੀ। ਬਟ ਇੰਟਰਵਿਊਜ਼ ਆ ਰਹੀਆਂ ਜੀ, ਤਿਆਰੀ ਆਪਣੀ ਰੱਖਣ। ਖਾਸ ਕਰ ਇੰਪੈਕਟ ਜਿਹੜਾ ਦੇਖਣ ਦੇ ਵਿੱਚ ਆ ਸਕਦਾ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ ਆਪਣੇ ਬਾਰੇ, ਆਪਣੇ ਕਾਲਜ ਬਾਰੇ, ਕੋਰਸ ਬਾਰੇ ਏਜੰਟ ਤੋਂ ਨਹੀਂ ਪੁੱਛਿਆ ਜਾਂ ਏਜੰਟ ਨੇ ਦੱਸਿਆ ਜਿਹੜੇ ਕਾਪੀ ਫੜਾ ਕੇ ਆ ਗਏ ਨੇ ਤੇ ਸੋਚਿਆ ਵੀ ਜਦੋਂ ਲੇਬਲ ਲੱਗ ਕੇ ਆ ਜਾਊਗਾ, ਨੋਟਾਂ ਦੀ ਧੜੀ ਸਾਹਮਣੇ ਰੱਖਾਂਗੇ ਤੇ ਬਾਹਰ ਚੱਲ ਜਾਗੇ। ਸੋ ਨੁਕਸਾਨ ਹਮੇਸ਼ਾ ਉਹਨਾਂ ਦੇ ਹੁੰਦੇ ਨੇ, ਕਾਪੀ ਦੇ ਆਉਂਦੇ ਆ। ਵਰਡ ਪੰਜਾਬ 'ਚ ਪਾਸਪੋਰਟ ਨੂੰ ਕਾਪੀ ਤੋਂ ਕਾਪੀ ਬਣਾਤਾ ਗਿਆ, ਜਿਹੜਾ ਪਹਿਲਾਂ ਕਬੂਤਰਬਾਜੀ ਦੇ ਦਹਾਕੇ 'ਚ ਹੋਇਆ ਕਰਦਾ ਸੀਗਾ, ਜਦੋਂ ਜਾਇਜ਼ ਰਸਤੇ ਨਹੀਂ ਸੀ ਬਾਹਰ ਜਾਣ ਦੇ, ਉਦੋਂ ਕਾਪੀ ਫੜਾਉਣ ਦਾ ਸਿਸਟਮ ਅੱਜ ਵੀ ਉਹੀ ਕਾਪੀ ਫੜਾ ਕੇ ਆਪਾਂ ਸੋਚਦੇ ਕਿ ਮੇਰਾ ਫਿਊਚਰ ਬਣ ਗਿਆ, ਭਵਿੱਖ ਬਣ ਗਿਆ। ਦੂਜਾ ਹੁਣ ਕੀ ਹੋਣਾ ਭਾਜੀ, ਪ੍ਰਾਈਵੇਟ ਕਾਲਜ ਸੇਲ ਕਿਵੇਂ ਵਧਣੀ, ਜਿਹੜੇ ਕੈਨੇਡਾ ਨੇ ਪਿੱਛੇ PR ਵੰਡੀ ਹੈ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਰ ਐਕਚੁਅਲੀ ਮੈਂ ਆਪਣੀ ਫਾਈਲ ਰਿਗਾਰਡਿੰਗ ਹੀ ਪੁੱਛਣਾ ਸੀਗਾ। ਮੈਂ ਨਵੰਬਰ ਦੇ ਵਿੱਚ ਐਕਚੁਅਲੀ ਆਪਣੀ ਫਾਈਲ ਲਾਂਚ ਕੀਤੀ ਸੀਗੀ TRU ਯੂਨੀਵਰਸਿਟੀ ਵਿੱਚ, ਤੇ ਮੈਂ ਫਿਲਹਾਲ ਟੈਲੈਂਟ ਟੈਸਟ ਲਈ ਆਨਲਾਈਨ ਸਟੱਡੀ ਹੀ ਕਰ ਰਿਹਾ। ਤੇ ਮੇਰੇ ਦੋ ਜਨਰਲ ਕੁਐਸਚਨ ਸੀਗੇ। ਫਰਸਟ ਸੀਗਾ ਮੇਰਾ ਰੀਸੈਂਟਲੀ ਨਾ ਮੈਡੀਕਲ ਅਪਡੇਟ ਹੋਇਆ ਸੀਗਾ, ਤੇ ਮੈਂ ਪੁੱਛਣਾ ਸੀਗਾ ਕਿ ਮੈਡੀਕਲ ਅਪਡੇਟ ਤੋਂ ਬਾਅਦ ਐਵਰੇਜ ਕਿੰਨਾ ਟਾਈਮ ਲੱਗਦਾ PPR ਆਉਣ ਨੂੰ ਜਾਂ ਫਿਰ ਪ੍ਰੋਸੈਸ ਫਾਰਵਰਡ ਨੂੰ। ਫਰਸਟ ਸੈਕਿੰਡ ਕੁਐਸਚਨ ਸਰ ਮੇਰਾ ਸੀਗਾ ਕਿ ਜਿਹੜੀ ਨਿਊ ਪਾਲਿਸੀ ਸੀਗੀ $2000 ਵਾਲੀ, ਜਿਹੜੀ ਨਵੇਂ ਰੂਲਸ ਐਂਡ ਨਿਊ ਰਿਸਟ੍ਰਿਕਸ਼ਨ ਦੇ, ਤੇ ਆਈ ਬਲੀਵ ਉਹ ਐਸੈਂਸ਼ੀਅਲ ਟਰੈਵਲ ਤੇ ਐਪਲੀਕੇਬਲ ਨਹੀਂ ਸੀਗੇ। ਤੇ ਆਈ ਗੈਸ ਸਟੂਡੈਂਟ ਵੀਜ਼ਾ ਜਿਹੜਾ ਐਸੈਂਸ਼ੀਅਲ ਟਰੈਵਲ ਦੇ ਅੰਡਰ ਆਉਂਦਾ, ਤੇ ਪੁੱਛਿਆ ਸੀਗਾ ਕਿ ਸਟੂਡੈਂਟ ਸਟਾਪ ਤੇ ਐਪਲੀਕੇਬਲ ਹੋਵਾਂਗੇ ਜਾਂ ਨਹੀਂ ਹੋਵਾਂਗੇ। ਆਈ ਗੈਸ ਰੀਸੈਂਟਲੀ ਜੋ ਸੁਣਿਆ ਸੀਗਾ ਉਹਦੇ ਅਕੋਰਡਿੰਗ ਕਹਿ ਰਹੇ ਸੀ ਕਿ ਹੋਵਾਂਗੇ, ਬਟ ਇਜ਼ देयर ਐਨੀ ਪੋਸਿਬਿਲਿਟੀ ਕਿ ਫਿਊਚਰ ਵਿੱਚ ਐਕਸੈਪਟ ਹੋ ਜਾਣ ਸਟੂਡੈਂਟਸ? ਓਕੇ, ਸੋ ਪਹਿਲਾ ਪੁਆਇੰਟ ਤੁਹਾਡੀ AIP ਆ ਚੁੱਕੀ ਹੈ, ਉਹਨਾਂ ਜੈਨ ਕਲਾਸਿਸ ਲਾ ਰਹੇ ਨੇ ਜੀ ਫੋਨ ਕਰਕੇ। ਸੋ ਵਿਦਆਊਟ AIP ਲਾ ਰਹੇ ਹੋ ਤਾਂ PPR ਦੀ ਹਾਲੇ ਐਕਸਪੈਕਟੇਸ਼ਨ ਨਾ ਰੱਖੋ। ਵੀ ਡੋਂਟ ਨੋ AIP ਜੇ AIP ਆਈ ਹੋਈ ਹੈ, ਐਵਰੇਜ ਟਾਈਮਲਾਈਨ ਆਫਟਰ ਮੈਡੀਕਲ ਅਪਡੇਸ਼ਨ ਦੇ ਕੋਈ ਨਹੀਂ, 2 ਹਫ਼ਤੇ 4 ਹਫ਼ਤੇ 6 ਹਫ਼ਤੇ ਕੁਛ ਨਹੀਂ ਕਿਹਾ ਜਾ ਸਕਦਾ। ਮੇਰੇ ਕੋਲੇ ਕੁਇਕੈਸਟ ਕੇਸ ਹੈ 10 ਡੇਜ਼ ਦਾ, ਵਰਸਟ ਕੇਸ ਇਜ਼ ਮੋਰ ਦੈਨ 2 ਮੰਥਸ। ਦੂਜਾ ਸਵਾਲ ਐਗਜ਼ਾਮਟ ਦੇ ਵਿੱਚ ਆਣੇ ਹੈ ਕਿ ਨਹੀਂ ਆਉਣੇ, ਇਹ ਐਵਰੀ ਟਰੈਵਲ ਵੁੱਡ ਹੈਵ ਅ ਡਿਫਰੈਂਟ ਕੰਡੀਸ਼ਨ। ਵਾਟ ਯੂ ਸੈਡ ਟੈਕਨੀਕਲੀ ਆਪਾਂ ਐਗਜ਼ਾਮਟ ਹੋ ਸਕਦੇ ਸੀਗੇ, ਬਟ ਕੈਨੇਡੀਅਨ ਗਵਰਨਮੈਂਟ ਵੱਧਦੇ ਹੋਏ ਕੋਵਿਡ ਤੋਂ ਰਿਸਕ ਨੂੰ ਡਰਨਾ ਚਾਹੁੰਦੀ ਹੈ। ਸੋ 18 ਫੈਬ ਤੋਂ ਬਾਅਦ ਜਿਹੜੇ ਉਹਨਾਂ ਨੇ ਪ੍ਰੋਸੈਸ ਕਲੀਅਰ ਕਰਤਾ, 22 ਫੈਬ ਤੋਂ ਬਾਅਦ ਜਿਹੜੇ ਬੱਚੇ ਫਲਾਈ ਕਰਨਗੇ ਉਹਨਾਂ ਨੂੰ $2000 ਤੱਕ ਦੀ ਤਿਆਰੀ ਰੱਖਣੀ ਚਾਹੀਦੀ ਹੈ। 9557195571 9557 ਤੇ ਕਰਕੇ ਜ਼ਰੂਰ ਦੱਸਿਓ ਜੇ ਇੰਟਰਵਿਊਜ਼ ਆਈਆਂ, ਕੀ ਕੁਝ ਸਵਾਲ ਹੋਏ ਨੇ, ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਵੀ। ਹੈਲੋ ਆਈ ਥਿੰਕ ਬੱਚੇ ਵੀ ਰੇਂਜ 'ਚ ਨਹੀਂ ਨੇ ਕਿਉਂਕਿ ਕਾਲ ਜੇ ਇੱਕ ਦੋ ਜੁੜ ਰਹੀਆਂ, ਇਟ ਮੀਨਸ ਇੱਧਰੋਂ ਸਿਸਟਮ ਠੀਕ ਚੱਲ ਰਿਹਾ। ਤੁਸੀਂ ਆਪਣੇ ਵੱਲੋਂ ਪਲੀਜ਼ ਰੇਂਜ 'ਚ ਰਹਿ ਕੇ ਕਾਲ ਕਰਨ ਦੀ ਕੋਸ਼ਿਸ਼ ਕਰੋ। ਇੰਟਰਵਿਊਜ਼ ਆ ਰਹੀਆਂ ਨੇ ਜੀ, ਇੰਪੈਕਟ
ਪੈਕੇਜ ਵਾਲਿਆਂ ਤੇ ਪੈ ਸਕਦਾ ਹੈ, ਜਿਨ੍ਹਾਂ ਨੂੰ ਆਪਣੇ ਬਾਰੇ ਅਵੇਅਰਨੈਸ ਨਹੀਂ ਹੈ। ਆਪਣੇ ਜਾਓ ਏਜੰਟ ਕੋਲ, ਪੁੱਛੋ ਸਾਰਾ ਕੁਝ। ਅੱਛਾ, ਏਜੰਟ ਨਹੀਂ ਦੱਸਦੇ ਕਿ ਬੱਚੇ ਨਹੀਂ ਪੁੱਛਦੇ? ਭਾਜੀ ਬੱਚਾ ਪੁੱਛਣਾ ਨਹੀਂ ਚਾਹੁੰਦਾ, ਬੱਚਾ ਪੁੱਛਣਾ ਨਹੀਂ ਚਾਹੁੰਦਾ, ਏਜੰਟ ਦੱਸਣਾ ਚਾਹੁੰਦਾ। ਬੱਚਾ ਹਾਂ ਏਜੰਟ ਦੱਸਣਾ ਚਾਹੁੰਦਾ। ਉਹ ਕਿਉਂ ਦੱਸਣਾ ਚਾਹੁੰਦਾ? ਏਜੰਟ ਇੱਕ ਟਾਰਚ ਹੈ ਕਿ ਮੈਂ ਤੇਰਾ ਕੰਮ ਕਰਾਤਾ, ਸਵਾਏ ਖਰਚਾ ਐਕਚੁਅਲ ਤੋਂ ਉਹਨੂੰ ਇੱਕੋ ਚੀਜ਼ ਦੱਸਣੀ ਚਾਹੁੰਦਾ, ਮੈਂ ਤੈਨੂੰ ਕੈਨੇਡਾ ਭੇਜਤਾ, ਰਾਈਟ। ਇਹ ਸ਼ੋਅ ਕਰਦੇ ਆ ਭਾਜੀ ਨੂੰ ਲਗਭਗ 12-13 ਸਾਲ ਹੋ ਗਏ, ਮੈਨੂੰ 11 ਸਾਲ ਭਾਜੀ ਨਾਲ ਜੁੜੇ ਹੋ ਗਏ। ਮੇਰੇ ਖਿਆਲ ਅਸੀਂ ਵਜੇ ਤੇ ਅੱਜ ਤੱਕ ਕਦੀ ਗਰੰਟੀ ਨਹੀਂ ਦਿੱਤੀ ਕਿ ਵੀਜ਼ਾ ਆਊਗਾ, ਕਦੀ ਜ਼ਿੰਦਗੀ 'ਚ। ਮੇਰਾ ਖਿਆਲ ਸ਼ੋਅ ਦੇ ਉੱਪਰ ਰਣਵੀਰ ਭਾਜੀ, ਅਮਨ ਭਾਜੀ ਵੱਲੋਂ ਮੇਰਾ ਖਿਆਲ ਕਦੀ ਨਹੀਂ ਕਿਹਾ ਹੋਣਾ ਫਲਾਣੀ ਕੰਪਨੀ ਤੋਂ ਫਾਈਲ ਲਵਾ ਲਓ ਜਾਂ ਫਲਾਣੀ ਕੰਪਨੀ ਦੇ ਸਾਰੇ ਵੀਜ਼ਾ ਆਉਂਦੇ ਨੇ, ਰਾਈਟ। ਜੇ ਭਾਜੀ 14 ਸਾਲ ਤੋਂ 11 ਸਾਲ ਤੋਂ ਮੈਨਾਂ ਹਰ ਸ਼ਨੀਵਾਰ ਜਾਂ ਕਈ ਚੈਨਲਾਂ ਤੇ ਅਸੀਂ ਰੋਜ਼ ਜੁੜੇ ਰਹੇ ਹਾਂ, ਮੇਰੀ ਗਰੰਟੀ ਨਹੀਂ ਭਰ ਸਕਦੇ ਕਿ ਮੈਂ ਵੀਜ਼ਾ ਲੈ ਸਕਦਾ। ਇਹ ਜਿਹੜੇ ਕੰਸਲਟੈਂਟ ਬੈਠੇ ਆ, ਕਿਵੇਂ ਗਰੰਟੀਆਂ ਵੰਡਦੇ, ਕੰਮ ਹੋਊਗਾ। ਸੋ ਅੱਜ ਐਡ ਆਉਂਦੀ ਹੈ ਜੀ, ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਉਹ ਇੱਕ ਅਸੀਂ ਪਹਿਲਾਂ ਵੀ ਕਿਹਾ ਸੀ, ਕਸੀਨੋ ਹੈ, ਜੂਆ ਗ੍ਰਹਿ, ਜੂਆ ਖੇਡ ਲਓ। ਤੁਸੀਂ 200 ਫਾਈਲ ਲਾਣੀ ਹੈ, 200 ਚੋਂ 50 ਆਉਣੇ, ਤੁਸੀਂ ਉਹਨਾਂ ਤੋਂ 5-5 7-7 ਤੱਕ ਉੱਪਰ ਲੈਣਾ, ਤੁਸੀਂ ਜੇਤੂ ਹੋ। ਤੁਹਾਡੀ ਜਿੱਤ ਤੈਅ ਹੈ, ਤੁਹਾਡੀ ਜਿੱਤ ਨਿਸ਼ਚਿਤ ਹੈ। ਸੋ ਦੂਜਾ ਇੱਕ ਅਹਿਮ ਸਵਾਲ ਹੈ ਭਾਜੀ, ਮੈਂ ਜਦੋਂ ਸੈਮੀਨਾਰ ਤੇ ਆਇਆ, ਬੱਚੇ ਪੁੱਛਦੇ ਆ ਜੀ 1 'ਚ 5.5 ਹੈ, ਫਾਈਲ ਲਾਵਾਂ ਕਿ ਨਾ ਲਾਵਾਂ? ਫਾਈਲ ਲਾ ਸਕਦੇ ਹੋ। ਵੀਜ਼ਾ ਆਊਗਾ ਕਿ ਨਹੀਂ ਆਊਗਾ, ਇਹਦੇ 'ਚ ਇਹ ਵੀ ਨਹੀਂ ਕਹਿ ਸਕਦੇ ਵੀ ਨਹੀਂ ਆਊਗਾ, ਰਾਈਟ। ਸੋ ਜੇ ਤੁਹਾਨੂੰ ਇੱਕ ਪਬਲਿਕ ਕਾਲਜ ਆਫਰ ਲੈਟਰ ਦੇ ਰਿਹਾ, ਪਬਲਿਕ ਕਾਲਜ ਨੂੰ ਤੁਹਾਡੇ ਪੈਸੇ ਖਾਣ ਦੀ ਸੌਖੇ ਕਿਤੇ ਲੋੜ ਨਹੀਂ ਹੈ। ਦੂਜੀ ਚੀਜ਼ ਭਾਜੀ, ਟੋਰਾਂਟੋ ਦੀਆਂ ਸੀਟਾਂ ਖਾਲੀ ਰਹਿਣੀਆਂ ਸ਼ੁਰੂ ਹੋ ਗਈਆਂ। ਟੋਰਾਂਟੋ ਦੀ ਜਿਹੜਾ ਸਭ ਤੋਂ ਪਹਿਲੇ ਭਰਦਾ ਸੀ, ਜਿਹੜਾ ਸਭ ਤੋਂ ਪਹਿਲਾਂ ਭਰਦਾ ਸੀ, ਇੰਨੀ ਸਪਲਾਈ ਆ ਗਈ। ਨਵੇਂ ਕਾਲਜਸ ਦੇ ਟੋਰਾਂਟੋ 'ਚ ਕੈਂਪਸ ਆ ਗਏ। ਜੇ ਤੁਸੀਂ ਕਿਊਬੈਕ ਸਿਰਫ ਇਹਦੇ ਕਰਕੇ ਜਾ ਰਹੇ ਸੀਗੇ ਕਿ 1 'ਚ 5.5 ਆ, ਟੋਰਾਂਟੋ 'ਚ ਬਹੁਤ ਆਪਸ਼ਨਸ ਆ ਗਈਆਂ, ਰਾਈਟ। ਜੇ ਸਿਰਫ ਇਹਦੇ ਕਰਕੇ ਜਾ ਰਹੇ ਸੀ, ਰਾਈਟ। ਬਟ ਵਰਕ ਪਰਮਿਟ ਕਰਕੇ ਵੀ ਜਾ ਰਹੇ ਸੀ। ਜਿਹੜੇ ਛੋਟੇ ਪ੍ਰਾਈਵੇਟ ਕਾਲਜ ਨੇ ਉਹਨਾਂ 'ਚ ਵਰਕ ਪਰਮਿਟ ਨਹੀਂ ਹੈ। ਪਰ ਨਹੀਂ, ਜਿਹਦੇ ਦੀ ਮੈਂ ਗੱਲ ਕਰ ਰਿਹਾ, ਮੈਂ ਸਭ ਦੀ ਵਿਦ ਵਰਕ ਪਰਮਿਟ ਦੀ ਗੱਲ ਕਰ ਰਿਹਾ ਜੀ। ਐਸਟੀਐਸ ਬਿਲਕੁਲ ਐਸਟੀਐਸ ਦੀ ਗੱਲ ਕਰ ਰਿਹਾ ਜੀ। ਮਤਲਬ ਐਸਟੀਐਸ ਇਨ ਦ ਸੈਂਸ ਜਿਹੜੇ ਕਾਲਜ ਕੋਲੇ ਪੋਸਟ ਸਟੱਡੀ ਵਰਕ ਰਾਈਟਸ ਹੈ, ਕਿਉਂਕਿ ਸਾਡੇ ਪਾਸ ਨੌਨ ਐਸਟੀਐਸ ਤਾਂ ਹੋ ਹੀ ਗਏ। ਸੰਜੇ ਪੰਡਤ ਜੀ ਨੇ ਗੱਲ ਕੀਤੀ, ਕਹਿੰਦਾ ਭਾਈ ਤੁਹਾਡੇ ਸ਼ੋਅ ਦੇਖ ਕੇ ਸਰ ਇੱਕ ਲਿਸਟ ਦਿਓ ਏਜੰਟ ਬਾਰੇ, ਕੀ ਪਤਾ ਹੋਣਾ ਚਾਹੀਦਾ ਜਦੋਂ ਏਜੰਟ ਕੋਲ ਜਾਈਏ? ਬ੍ਰਦਰ ਪਹਿਲਾਂ ਦੇਖੋ, ਸਭ ਤੋਂ ਪਹਿਲੀ ਜਿਹੜੀ ਲੋਕੀ ਪਛਾਣ ਰੱਖਦੇ ਆ, ਚਮਕ ਦਾ ਦਫ਼ਤਰ ਮੇਰੇ ਵੀ ਸੋਹਣੇ, ਉਹਦੇ 'ਚ ਉਲਝਾਲ 'ਚ ਨਾ ਆਇਆ ਕਰੋ। ਉਹ ਅਸੀਂ ਆਪ ਬਹਿਣਾ ਹੁੰਦਾ, ਵਧੀਆ ਲੱਗਦਾ, ਵਧੀਆ ਬੰਦਾ ਬਣਾ ਲੈਂਦਾ। ਸੋ ਪਹਿਲੀ ਚੀਜ਼ ਅੰਡਰਸਟੈਂਡ ਕਰ ਲਓ ਉਹ ਕਿੰਨਾ ਕੁ ਪੁਰਾਣਾ ਹੈ। ਬਟ ਇਹਦਾ ਦੂਜਾ ਪਹਿਲੂ ਹੈ, ਮੈਂ ਵੀ ਇੱਕ ਦਿਨ ਪਹਿਲੇ ਦਿਨ ਸ਼ੁਰੂ ਹੋਇਆ ਸੀ, ਜਿਹੜੀ ਦੁਨੀਆ ਦੀ ਨੰਬਰ 1 ਕੰਪਨੀ ਆਪਣੇ ਆਪ ਨੂੰ ਕਹਿੰਦੀ ਸ਼ੁਰੂ ਦਾ ਕਿਤੇ ਉਹ ਵੀ ਹੋਈ ਸੀ। ਤੀਜੀ ਅਹਿਮ ਚੀਜ਼ ਇਹ ਦੇਖ ਲਓ ਵੀ ਉਹਦਾ ਜਿਹੜਾ ਮਾਲਕ ਹੈ, ਉਹਦੇ ਨਾਲ ਰਾਬਤਾ ਕਰਨ ਦਾ ਕੋਈ ਜ਼ਰੀਆ ਹੈ। ਠੀਕ ਹੈ, ਫੋਨ ਨੰਬਰ ਮੇਰਾ ਵੀ ਨਹੀਂ ਦੇਗੀ ਤੁਹਾਨੂੰ ਮੇਰੀ ਟੀਮ, ਬਟ ਕਿਸੇ ਮੰਚ ਤੇ ਕਿਤੇ ਮਿਲ ਲੈਣਾ ਤੁਹਾਨੂੰ ਜਾਂ ਆਫਿਸ ਸੈਮੀਨਾਰਸ ਤੇ ਮਿਲਦਾ, ਇਹ ਬੜਾ ਇੰਪੋਰਟੈਂਟ ਹੈ। ਸਭ ਤੋਂ ਇੰਪੋਰਟੈਂਟ ਕੰਸਲਟੈਂਟ ਤੇ ਰਿਸਰਚ ਕਰਨ ਤੋਂ ਪਹਿਲਾਂ ਆਪਣੇ ਕੇਸ ਤੇ ਰਿਸਰਚ ਕਰਕੇ ਜਾਓ। ਜੇ 4 ਚੀਜ਼ਾਂ ਤੁਹਾਡੀਆਂ ਮੈਚ ਕਰਦੀਆਂ ਨੇ, ਰਾਈਟ, ਹਾਂ, ਉਹ ਆਦਤ ਛੱਡ ਦਿਓ। ਇੱਕ ਬੰਦਾ ਚੁਟਕਲਾ ਸੁਣਾ, ਡਾਕਟਰ ਕੋਲੇ ਗਿਆ, ਕਹਿੰਦਾ ਜੀ ਤੁਹਾਨੂੰ ਕੀ ਹੋ ਰਿਹਾ? ਕਹਿੰਦਾ ਪੈਸੇ ਮੈਂ ਦਿੱਤੇ, ਤੁਸੀਂ ਦੱਸੋ। ਸੋ ਉਹ ਨਾ ਰੱਖੋ, ਚੁਟਕਲਾ ਹੈ। ਤੁਸੀਂ ਕੰਸਲਟੈਂਟ ਕੋਲੇ ਜਾ ਰਹੇ ਹੋ, ਕ੍ਰਾਸ ਕੁਐਸਚਨਿੰਗ ਦੀ ਪ੍ਰੈਪਰੇਸ਼ਨ ਕਰਕੇ ਜਾਓ। ਤੁਸੀਂ ਆਪ ਬੈਸਟ ਜੱਜ ਕਰ ਲਓਗੇ ਵੀ ਕਿਹੜੀ ਟੀਮ ਨੂੰ ਕੰਮ ਆਉਂਦਾ, ਕਿਹੜੀ ਟੀਮ ਨੂੰ ਕੰਮ ਨਹੀਂ ਆਉਂਦਾ। ਮੈਂ ਨਹੀਂ ਕਹਿੰਦਾ ਮੇਰੇ 10 ਦਫ਼ਤਰ ਹੈ, ਮੇਰੇ ਕੋਲੇ 100 ਕੰਟਰੈਕਟ ਹੈ, ਮੈਂ ਵਧੀਆ। ਜਿੰਨੇ ਤੁਹਾਡੇ ਪਿੰਡ ਸ਼ਹਿਰ 'ਚ ਅੱਜ ਦੁਕਾਨ ਖੋਲੀ, ਮਾੜਾ ਉਹ ਵੀ ਨਹੀਂ ਹੈ। ਇੱਕ ਦਿਨ ਗੋ ਗਲੋਬਲ ਨੇ ਵੀ 200 ਸਕੁਅਰ ਫੁੱਟ ਦਾ ਆਫਿਸ ਖੋਲਿਆ ਸੀ, ਜਾਂ ਪੰਜਾਬ ਦੀਆਂ ਨਾਮਚੀਨ ਕੰਪਨੀਆਂ ਜਿਹੜੀਆਂ ਅੱਜ ਨੰਬਰ 1 ਕਹਿੰਦੀਆਂ, ਰਾਈਟ, ਕੀ ਉਹਨਾਂ ਕੋਲ ਰਿਫਿਊਜ਼ਲ ਨਹੀਂ ਹੈ? ਜੇ ਮੈਂ ਦੂਜਾ ਪਹਿਲੂ ਲਵਾਂ ਭਾਜੀ, ਜਿੱਡੇ ਵੱਡੇ ਬ੍ਰਾਂਡ ਬਣੇ ਫਿਰਦੇ ਨੇ, ਉਹਨਾਂ ਨੇ ਇੱਕ ਸਿੰਪਲ ਕੈਲਕੂਲੇਸ਼ਨ ਜੂਏ ਦਾ ਦੂਜਾ ਪਹਿਲੂ ਲੈ ਲਿਆ। ਇੱਕ ਜੂਏ ਦਾ ਪਹਿਲੂ ਸੀਗਾ ਕਿ ਬੰਦੇ ਤੋਂ ਪੈਸੇ ਵੀਜ਼ੇ ਤੋਂ ਬਾਅਦ ਲੈਣੇ ਆ, ਬਹੁਤ ਭਰ ਕੇ ਲੈਣੇ ਆ। ਦੂਜਾ ਪਹਿਲਾ ਜੂਏ ਦਾ ਕੀ ਹੈ? 7000 ਐਪਲੀਕੇਸ਼ਨ ਚੱਕ ਲਓ, 7000 ਚੋਂ 3000 ਵੀਜ਼ਾ ਆ ਜਾਊਗਾ, ਬਾਕੀ 4000 ਤੁਸੀਂ ਕੁਝ ਲੈ ਲਾਂਗੇ, ਕੰਮ ਮੁੱਕ ਜੂਗਾ। ਸੋ ਇਹਦਾ ਕੁਇਕ ਆਨਸਰ ਤਾਂ ਕੋਈ ਨਹੀਂ ਹੈ, ਫਰਮ ਆਨਸਰ ਤਾਂ ਕੋਈ ਨਹੀਂ ਹੈ, ਰਿਸਰਚ ਇਕੁਅਲ ਆਤਾ ਜਾ ਜੀ। ਸੋ ਜੀ ਤੁਸੀਂ ਆਪਣੀ ਰਿਸਰਚ, ਆਪਣੀ ਅਵੇਅਰਨੈਸ ਸਦਕੇ ਹੀ ਬਚ ਸਕਦੇ ਹੋ। ਪੁੱਛੋ ਸਵਾਲ, ਅੱਜ ਵੀ ਪੁੱਛਣੇ ਬਣਦੇ ਨੇ। ਜੇ ਇੰਟਰਵਿਊ ਆ ਗਈ, ਰਿਜੈਕਟ ਹੋ ਗਏ, ਉਹਨੇ ਪੱਲਾ ਝਾੜ ਜਾਣਾ ਵੀ ਮੈਂ ਪੈਸੇ ਨਹੀਂ ਲਏ। ਅਗਲਾ ਕੋਈ ਇੰਟਰਵਿਊ ਤੂੰ ਗੱਲ ਦਿੱਤੀ ਹੈ ਯੂਐਸਏ ਦੇ ਵਿੱਚ। ਹੁਣ ਪੰਜਾਬ 'ਚ ਮੈਂ ਤੇ ਭਾਜੀ ਨੇ ਸ਼ੋਅ ਤੇ ਕਿਹਾ ਸੀ ਯੂਐਸਏ ਮੈਂ ਵੀ ਸਟਾਰਟ ਕਰ ਰਿਹਾ, ਔਰ ਯੂਐਸਏ ਦੀ ਐਡ ਸ਼ੁਰੂ ਹੋ ਗਈ। ਸਾਰੇ ਪੰਜਾਬ 'ਚ ਐਡ ਲੱਗੂਗੀ, ਯੂਐਸਏ ਫੀਸ ਆਫਟਰ ਵੀਜ਼ਾ, ਬਹੁਤ ਦੱਬ ਕੇ ਐਡ ਲੱਗੂਗੀ, ਕਿਉਂਕਿ ਕੈਨੇਡਾ ਵਾਲੇ ਪਾਸੇ ਆਪਣਾ ਪ੍ਰਾਈਵੇਟ ਕਾਲਜ ਨਕੇਲ ਪੈਣ ਲੱਗ ਪਈ। ਉਹ ਪ੍ਰੋਫਾਈਲ ਜਿਹਦੇ 1.5 ਓਵਰਆਲ 5.5 ਸਾਰੇ ਐਲੀਜੀਬਲ ਹੈ ਯੂਐਸਏ ਲਈ। ਜੇ ਆਪਾਂ ਇੱਕ ਸ਼ੋਅ ਕਰ ਜੀ ਯੂਐਸਏ ਦੀ, ਮੇਰਾ ਖਿਆਲ ਆਪਾਂ 200 ਫਾਈਲ ਚੱਕ ਸਕਦੇ ਹਾਂ, 200 ਬੱਚੇ ਨੂੰ ਗੁੰਮਰਾਹ ਕਰ ਸਕਦੇ ਹਾਂ। ਬਟ ਜਿਹਦੇ ਸਪੀਕਿੰਗ 'ਚ 5 ਬੈਂਡ ਹੈ, ਉਹ ਯੂਐਸ ਕੌਂਸੂਲੇਟ 'ਚ ਜਾ ਕੇ ਕੀ ਇੰਟਰਵਿਊ ਦੇ ਲਊਗਾ, ਕਿਉਂਕਿ ਸਾਰਾ ਇੰਟਰਵਿਊ ਬੇਸਡ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ। ਹਾਂਜੀ ਸਰ, ਮੈਂ ਆਪਣੇ ਬੇਟੇ ਦੇ ਪ੍ਰੋਫਾਈਲ ਦੇ ਬਾਰੇ ਥੋੜਾ ਪੁੱਛਣਾ ਸੀ। ਜੀ ਪੁੱਛੋ ਜੀ। ਹਾਂਜੀ ਸਰ, ਐਕਚੁਅਲੀ ਉਹਨੇ ਯੂਨੀਵਰਸਿਟੀ ਆਫ ਨਿਊ ਬਰੁਨਸਵਿਕ ਸੰਤ ਜੌਨ ਕੈਂਪਸ ਵਿੱਚ ਆਲਰੇਡੀ ਅਪਲਾਈ ਕੀਤਾ ਹੋਇਆ। ਠੀਕ ਹੈ ਜੀ। तो ਅਸੀਂ ਮਤਲਬ ਵੀਜ਼ਾ ਵਗੈਰਾ ਵੀ ਅਪਲਾਈ ਕੀਤਾ ਹੋਇਆ ਹੈ। तो ਸਾਡਾ ਮੇਰਾ ਕੁਐਸਚਨ ਬਸ ਇਹ ਸੀ ਕਿ ਸਾਡਾ ਡਿਸੀਜਨ ਰਾਈਟ ਹੈਗਾ ਯੂਨੀਵਰਸਿਟੀ ਆਫ ਨਿਊ ਬਹੁਤ ਵਧੀਆ ਭਾਜੀ। 4 year ਡਿਗਰੀ ਪ੍ਰੋਗਰਾਮ ਵਾਸਤੇ ਕਿਹੜਾ ਪ੍ਰੋਗਰਾਮ ਚ ਪਾਇਆ ਯੂਐਨਬੀ? BBA ਦਾ ਪ੍ਰੋਗਰਾਮ ਦਿੱਤਾ ਹੈ ਸਰ। ਬਹੁਤ ਵਧੀਆ ਭਾਜੀ, ਵਨ ਆਫ ਦ ਬੈਸਟ ਪਲੇਸਿਸ ਟੂ ਬੀ ਇਨ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਕਿਉਂਕਿ ਮੈਂ ਸਰ ਲੁਧਿਆਣੇ ਤੋਂ ਗੱਲ ਕਰ ਰਿਹਾ। ਤੁਹਾਨੂੰ ਯੂਨੀਵਰਸਿਟੀ ਬਾਰੇ ਪਤਾ ਕਿਵੇਂ ਲੱਗਾ ਸੀ ਭਾਜੀ ਇਹਦੇ ਬਾਰੇ?
एक्चुअली थोड़ा बहुत सर्च करते सर यूट्यूब पे भी ਤੁਹਾਡਾ सर मैं 1 साल तो देख रहे हैं लगातार ਤੁਹਾਡਾ प्रोग्राम। थैंक यू जी। और ਅਸੀਂ जो अप्लाई किया सर बिना मतलब कोई भी कंसल्टेंट भी हेल्प नहीं लेती है। नहीं ठीक है, परफेक्ट भाजी, बट गुड चॉइस, गुड डिसीजन, कोई लोड होई लेट अस नो ਜੀ ਬਹੁਤ ਵਧੀਆ ਚੀਜ਼ ਜਿਹੜੀ ਅਸੀਂ ਹੁਣ ਗੱਲ ਕਰ ਰਹੇ, ਤੁਹਾਡੇ ਕੋਲ ਤੁਹਾਡਾ ਹੋਮਵਰਕ ਹੋਣਾ ਚਾਹੀਦਾ। Yes. ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਮੈਂ 10 ਸਵਾਲ ਆਪਣੇ ਬਾਰੇ ਆਪ ਰਿਸਰਚ ਕੀਤੇ ਹੈ, ਕੋਈ ਏਜੰਟ ਮੈਨੂੰ ਦੱਸ ਰਿਹਾ ਹੈ ਵੀ ਉਹ 'ਚੋਂ 5-7 ਮੈਚ ਕਰਦੇ ਆ ਜੋ ਕਾਉਂਸਲਿੰਗ ਦੇ ਰਿਹਾ, ਉਹਨੂੰ ਮੇਰੀ ਪ੍ਰੋਫਾਈਲ ਬਾਰੇ ਪਤਾ। ਅੱਛਾ ਭਾਜੀ, ਤੁਹਾਡੇ ਕੋਲ ਰੋਜ਼ ਪ੍ਰੋਫਾਈਲਸ ਅਲੱਗ-ਅਲੱਗ ਹੁੰਦੀਆਂ ਨੇ, ਬੱਚੇ ਆਉਂਦੇ ਨੇ, ਹਰ ਇੱਕ ਅਲੱਗ ਹੁੰਦਾ। ਯੈਸ, ਹਰ ਕਿਸੇ ਤੁਹਾਨੂੰ ਵੀ ਰਿਸਰਚ ਦੀ ਲੋੜ ਪੈਂਦੀ ਹੈ ਕਿ ਬਸ ਹੁਣ ਸਿੱਖ ਲਿਆ ਜੋ ਅੱਜ ਤਾਂ ਹੀ ਕਰਨੀ ਪੈਂਦੀ ਹੈ। ਅੱਜ ਸਵੇਰੇ ਜਦੋਂ ਮੈਂ ਸਟੂਡੀਓ 'ਚ ਆ ਰਿਹਾ ਸੀ, ਮੇਰੀ ਬ੍ਰਾਂਚ ਦੇ ਵਿੱਚ ਇੱਕ ਮੈਨੂੰ ਫੋਨ ਆਇਆ ਬ੍ਰਾਂਚ ਹੈਡ ਦਾ ਕਿ ਸਰ ਓਵਰਆਲ 6.5 ਹੈ, ਇੱਕ 'ਚ 6 ਹੈ, ਰਾਈਟ, ਬੈਚਲਰਸ ਇਨ ਐਜੂਕੇਸ਼ਨ ਕੀਤੀ ਹੋਈ ਹੈ। ਮੈਨੂੰ ਅੱਜ ਵੀ ਚੈੱਕ ਕਰਨਾ ਪੈਂਦਾ ਹੈ ਜੇ ਇਹਨੂੰ ਮਾਸਟਰਸ ਪਾਉਣਾ ਵੈਸੇ ਦੀ ਲੋੜ ਹੈ ਕਿ ਨਹੀਂ, ਜੇ ਇਹਨੂੰ ਮਾਸਟਰਸ ਵਿਦ ਐਡਲਟ ਟੀਚਿੰਗ ਪਾਉਣਾ ਹੈ ਕਿ ਮਾਸਟਰਸ ਵਿਦ ਐਡਮਿਨਿਸਟ੍ਰੇਟਿਵ ਲੀਡਰਸ਼ਿਪ ਪਾਉਣਾ ਹੈ। ਗੱਲ ਕਰਦੇ ਕਰਦੇ ਮੈਂ ਸਿੱਖ ਕੇ ਆਇਆ ਦੁਬਾਰਾ ਕਿ ਮੈਂ ਭੁੱਲਿਆ ਫਿਰਦਾ ਸੀ ਯੂਨੀਵਰਸਿਟੀ ਆਫ ਵੈਸਟਰਨ ਓਨਟਾਰੀਓ ਬੀਐਡ ਵਾਲੇ ਬੰਦੇ ਨੂੰ 6.5 ਬੈਂਡ ਵਿਦ 6 ਈਚ ਤੇ ਵਿਦਆਊਟ ਈਐਸਐਲ ਲੈਂਦੀ ਹੈ। ਜੇ ਤੁਸੀਂ ਮੈਨੂੰ ਅੱਜ ਸਵਾਲ ਪੁੱਛ ਲਓ ਕਿ ਵੀਆਈਯੂ ਤੇ ਐਮਐਸਵੀਯੂ ਦਾ ਈਐਸਐਲ ਐਗਜ਼ੈਕਟਲੀ ਕਿੰਨਾ, ਮੈਨੂੰ ਨਹੀਂ ਪਤਾ, ਮੈਨੂੰ ਰਿਸਰਚ ਕਰਨੀ ਪਊ। ਮੈਨੂੰ ਨਹੀਂ ਯਾਦ ਕਿ ਜੋ ਰਿਕੁਆਇਰਮੈਂਟ ਦੀ 7 ਹੈ ਉਹਦੀ ਰੀਡਿੰਗ ਦੀ 6.5 ਹੈ, ਕਿਹੜੀ ਮੋਡਿਊਲ ਦੀ, ਕਿ ਰਿਸਰਚ ਸਾਡੀ ਜਦੋਜਹਿਦ ਰੋਜ਼ ਦੀ ਹੈ, ਹਰ ਪਲ ਦੀ ਹੈ। ਹੁਣ ਇਸੇ ਗੱਲ ਆਪਣੀ ਇੰਡਸਟਰੀ ਤੇ ਵੀ ਆਜੋ, ਕਿੰਨੀ ਰਿਸਰਚ ਹੋ ਰਹੀ ਹੈ? ਰਿਸਰਚ ਹੋ ਰਹੀ ਭਾਜੀ, ਪੂਰੀ ਐਡ ਕਿੱਥੇ ਲਾਉਣੀ ਹੈ, ਫੀਸ ਆਪਣੀ ਪੈਸੇ ਕਿਵੇਂ ਲੈਣੇ, ਪ੍ਰੋਫਾਈਲ ਬਾਰੇ ਰਿਸਰਚ ਭਾਜੀ ਸੱਚ ਮੰਨਾ ਮੇਰਾ ਖਿਆਲ 5 ਤੋਂ 7% ਕੰਸਲਟੈਂਟ ਹੋਣਗੇ ਜਿਹੜੇ ਆਪ ਕੰਸਲਟੈਂਟ ਹੋਣ ਦੀ ਤੌਰ ਤੇ ਰਿਸਰਚ ਕਰਨਾ ਜ਼ਰੂਰੀ ਚਾਹੁੰਦੇ। ਭਾਜੀ ਗੱਲ ਪਤਾ ਕੀ ਹੈ ਜੀ, ਅਸੀਂ ਸ਼ਿਪ ਦੇ ਉਹ ਕਪਤਾਨ ਆ ਜਿਹੜਾ ਆਪ ਘਰੇ ਸੁੱਤਾ ਪਿਆ ਤੇ ਮੁਲਾਜ਼ਮਾਂ ਨੂੰ ਕਹਿੰਦੇ ਸ਼ਿਪ ਚਲਾ ਦੋ, ਰਾਈਟ। ਪੰਜਾਬੀ ਦੀ ਕਹਾਵਤ ਹੈ, ਬਚਪਨ ਤੋਂ ਸੁਣਦੇ ਹੁੰਦੇ ਸੀ ਵੀ ਖੇਤੀ ਖਸਮਾ ਸੇਤੀ, ਜਿਹਨੂੰ ਪੰਜਾਬ 'ਚ ਆਪਾਂ ਕਹਿੰਦੇ ਵੀ ਖੇਤੀ ਸਭ ਤੋਂ ਸੌਖਾ ਕੰਮ ਸੀ। ਚਲੋ ਦੇਸ਼ ਨੂੰ ਕੰਮ ਲਾਤਾ ਸੀ, ਚਲੋ ਪ੍ਰਮਾਤਮਾ ਕਰੇ ਸਾਡੀ ਜਿੱਤ ਹੋਵੇ, ਬਟ ਜੇ ਖੇਤੀ ਖਸਮਾ ਸੇਤੀ ਹੁੰਦੀ ਸੀ, ਜਿਹੜੀ ਕੰਪਨੀ ਦਾ ਮਾਲਕ ਆਪ ਰਿਸਰਚ ਨਹੀਂ ਕਰਦਾ ਉਹ ਪੈਕੇਜ ਬਹੁਤ ਕਾਮਯਾਬ ਹੋ ਕੇ ਵੇਚ ਸਕਦਾ, ਪਰ ਕੋਰਸ ਸਿਲੈਕਸ਼ਨ, ਕਾਲਜ ਸਿਲੈਕਸ਼ਨ, ਹਾਂ ਜੇ ਤੁਸੀਂ ਇਕੱਲਾ ਪਹੁੰਚਣਾ ਚਾਹੁੰਦੇ ਤੁਹਾਡੇ ਲਈ ਉਹ ਕੰਸਲਟੈਂਟ ਬਹੁਤ ਵਧੀਆ ਹੈ। ਜੇ ਤੁਸੀਂ ਇਕੱਲਾ ਪਹੁੰਚਣਾ, ਪਹੁੰਚ ਕੇ ਜੋ ਹੋਊਗਾ। ਹੁਣ ਭਾਜੀ ਐਡ ਕਿਵੇਂ ਹੋਣੀ ਹੈ, ਇੱਕ ਤਾਂ ਪੀਆਰ ਦੀ ਫਾਈਲ ਦਬਾ ਕੇ ਲੱਗੂਗੀ, ਲੋਕਾਂ ਨੂੰ ਕਹਿਤਾ ਜਾਏਗਾ ਜੀ ਪੂਲ ਚੋਂ ਇੱਕ ਦਿਨ ਹੀ 26-27 ਹਜ਼ਾਰ ਐਪਲੀਕੇਸ਼ਨਾਂ ਚੱਕ ਲਈਆਂ ਗਈਆਂ। ਕਿਉਂ ਚੱਕੀਆਂ ਗਈਆਂ? ਪ੍ਰੈਕਟੀਕਲੀ ਉਹ ਸਾਰੇ ਬੰਦੇ ਜਿਹੜੇ ਕੋਵਿਡ ਪੀਰੀਅਡ 'ਚ ਕੰਮ ਕਰ ਰਹੇ ਸੀ ਉਹਨਾਂ ਨੂੰ ਮਿਲਿਆ, ਔਰ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿਦਆਊਟ ਕੈਪ ਚੱਕੀ ਗਈ ਹੈ ਪਹਿਲੀ ਵਾਰੀ, ਰਾਈਟ। ਸੋ ਜਿਹੜੀ ਫਾਈਲਾਂ ਚੱਕੀਆਂ ਗਈਆਂ ਉਹ ਸੀਈਸੀ ਹੈ, ਕੁਝ ਮੈਨੀਟੋਬਾ ਦੇ ਫਾਈਲ ਸੀ ਜਿਹੜੀ ਇੰਡੀਆ ਤੋਂ ਆਫਸ਼ੋਰ ਚੱਕੀਆਂ ਗਈਆਂ। ਸੋ ਹੁਣ ਇਹਦੇ ਸਿਰ ਤੇ ਕੀ ਕਿਹਾ ਜਾ ਰਿਹਾ, ਕੋਰਸ ਕੀ ਮੈਟਰ ਕਰਨਾ ਹੈ। 75 ਪੁਆਇੰਟ ਤੇ ਕੈਨੇਡਾ ਨੇ ਪੀਆਰ ਦੇ ਦੇਣੀ ਹੈ। ਕਿਹਨੂੰ ਮਿਲਣੇ 75 ਪੁਆਇੰਟ, ਉਹ ਕਿਸੇ ਨੂੰ ਨਹੀਂ ਪਤਾ ਭਾਜੀ। 75 ਤੇ ਮਿਲਣੀ ਹੈ ਕਿੰਨਿਆਂ ਨੂੰ ਇਹ ਵੀ ਨਹੀਂ ਪਤਾ। ਸ਼ਾਇਦ ਉਹਨਾਂ ਕੋਲੇ ਪਿਛਲੇ 1.5 ਸਾਲ ਤੋਂ ਪੀਆਰ ਦਾ ਬੈਕਲੌਗ ਸੀ, ਕਰਤਾ। ਹੁਣ ਮੇਰੀ ਕੈਨੇਡਾ ਬੱਚਿਆਂ ਨਾਲ ਗੱਲ ਹੋ ਰਹੀ ਹੈ, ਕਹਿੰਦੇ ਯਾਰ ਮੈਡੀਕਲ ਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਸਰ ਜੀ, ਸਾਡਾ ਮੈਡੀਕਲ ਰਿਕੁਐਸਟ ਨਹੀਂ ਹੈ, ਰਾਤੋਂ ਰਾਤ ਨਹੀਂ ਆਣੀ ਹੈ ਭਰਾ, ਬੜੀ ਲੰਬੀ ਪੇਸ਼ੈਂਸ ਆ। ਮੁਬਾਰਕਾਂ ਉਹਨਾਂ ਸਾਰਾ ਬੱਚਿਆਂ ਨੂੰ ਜਿਹਨਾਂ ਦਾ ਸਫ਼ਰ ਪੂਰਾ ਹੋਇਆ, ਬਟ ਇਹਦੇ ਸਿਰ ਤੇ ਨਾ ਸੋਚਿਓ ਵੀ ਕੈਨੇਡਾ 'ਚ ਕੋਰਸ ਕੁਛ ਨਹੀਂ ਮੈਚ ਕਰਦਾ, ਸਾਲ 2 ਸਾਲ ਬਾਅਦ ਸਾਰਿਆਂ ਨੂੰ ਪੱਕਾ ਕਰ ਦੇਣਾ। ਸੋ ਇਹ 26,000 ਹੀ ਹੋਏ ਆ, ਉੱਥੇ ਬਹੁਤ ਜ਼ਿਆਦਾ ਬੱਚੇ ਬੈਠੇ। ਸੋ ਜੀ ਆਪਣੀ ਅਵੇਅਰਨੈਸ ਆਪਣੇ ਏਜੰਟ ਤੱਕ ਜ਼ਰੂਰ ਸਾਂਝੀ ਕਰੋ। ਮੈਨੂੰ ਆ ਕੁਝ ਪਤਾ ਹੈ, ਹੁਣ ਇਸ ਤੋਂ ਇਲਾਵਾ ਦੱਸ ਤੇਰੇ ਕੋਲ ਕੀ ਹੈ। ਅਸੀਂ ਜਾ ਕੇ ਜੇ ਸਿਰਫ ਪਾਸਪੋਰਟ ਦੇ ਕੇ ਕਾਗਜ਼ ਦਿਖਾ ਕੇ ਇਹੀ ਪੁੱਛਣਾ ਜਿੱਥੇ ਮਰਜ਼ੀ ਭੇਜ ਦਿਓ, ਉਹ ਗਲਤ ਹੈ। ਉਹ ਕਿਤੇ ਨਾ ਕਿਤੇ ਸਾਡੇ ਲਈ ਹੁਣ ਘਾਤਕ ਹੋ ਸਕਦਾ ਹੈ। ਅੱਗੇ ਇੰਟਰਵਿਊਜ਼ ਯੂਕੇ ਨੇ ਲਈਆਂ, ਰਿਜੈਕਟ ਕੀਤੇ। ਆਸਟ੍ਰੇਲੀਆ ਤੇ ਆਉਣਾ ਚਾਹੂੰਗਾ ਭਾਜੀ। ਜੀ। ਆਸਟ੍ਰੇਲੀਆ ਨੇ ਜਿੰਨੇ ਪਿਆਰ ਨਾਲ ਪੈਕੇਜ ਵਾਲੇ ਏਜੰਟ ਬਿਠਾਏ ਆ, ਲਹਿਰਾ ਪਤਾ ਨਾ, ਸਭ ਨੂੰ ਲੱਗਾ ਸੀ ਆਸਟ੍ਰੇਲੀਆ ਜਨਵਰੀ ਖੁੱਲਿਆ, ਆਸਟ੍ਰੇਲੀਆ ਮਾਰਚ ਖੁੱਲਿਆ, ਆਸਟ੍ਰੇਲੀਆ ਜੁਲਾਈ ਖੁੱਲਿਆ। ਹੁਣ ਪੈਕੇਜ ਵਾਲੇ ਏਜੰਟ ਵਿਚਾਰਾ ਸਾਰੇ ਪਾਸਿਓਂ ਫਸਿਆ ਬੈਠਾ। ਬੱਚਾ ਕਹਿੰਦਾ ਜੀ ਮੈਂ ਜਹਾਜ਼ ਨਹੀਂ ਚੜਿਆ, ਪੈਸੇ ਕਾਹਦੇ ਦੇਵਾਂ। ਏਜੰਟ ਕਹਿੰਦਾ ਯਾਰ ਤੇਰਾ ਮੈਂ ਵੀਜ਼ਾ ਲਾਇਆ ਤਾਂ ਮੈਂ ਪੈਸੇ ਕਾਹਦੇ ਨਾਲ ਲਵਾਂ। ਸੋ ਆਸਟ੍ਰੇਲੀਆ ਨੇ ਕੋਈ ਵੱਡੀ ਗੱਲ ਨਹੀਂ ਭਾਜੀ, ਅਰਾਈਵਲ ਤੇ ਵੀ ਫੰਡ ਚੈੱਕ ਕਰ ਲਓ। ਅੱਜ ਪੰਜਾਬ ਚ ਐਡ ਚੱਕ ਰਹੀ ਹੈ, ਬਿਨਾਂ ਫੰਡਸ ਤੋਂ ਆਸਟ੍ਰੇਲੀਆ ਜਾਓ, ਤੁਹਾਡਾ ਵੀਜ਼ਾ ਆ ਗਿਆ। ਬਿਲਕੁਲ ਤੁਸੀਂ ਆਨਲਾਈਨ ਪੜ੍ਹਾਈ ਕਰ ਰਹੇ ਹੋ, ਬਿਲਕੁਲ ਕਰ ਰਹੇ ਹੋ। ਜੇ ਕੌਂਸੂਲੇਟ ਤੁਹਾਨੂੰ ਦੁਬਾਰਾ ਕਹਿੰਦੀ ਕਿ ਕਿਰਪਾ ਕਰਕੇ ਆਪਣੇ ਸਟੇਬਿਲਿਟੀ ਆਫ ਫੰਡਸ ਭੇਜਣਾ, ਉਹਦਾ ਰਾਈਟ ਹੈ, ਉਹ ਕਰ ਸਕਦੀ ਹੈ। ਕਿਉਂ ਨਹੀਂ ਕਰੇਗੀ ਜੇ ਉਹਨਾਂ ਨੂੰ ਇਹੀ ਐਡਾਂ ਦਿਖੀਆਂ। ਆਸਟ੍ਰੇਲੀਆ ਯੂਕੇ ਤੋਂ ਬਾਅਦ ਭਾਜੀ ਕੀ ਨਹੀਂ ਦਿਖਦੀਆਂ ਹੋਣੀਆਂ, ਉਹਨਾਂ ਕੋਲ ਐਡਾਂ ਨਹੀਂ ਜਾਂਦੀਆਂ ਹੋਣੀਆਂ ਇਹ। ਭਾਜੀ ਆਪਾਂ ਸਾਰੇ ਗਵਾਹ ਕਿ ਆਸਟ੍ਰੇਲੀਆ ਤੇ ਯੂਕੇ ਐਮਬੈਸੀ ਜਦੋਂ ਕਾਰਵਾਈ ਤੇ ਆਉਂਦੀ ਕਿਹੋ ਜੀ ਕਰਦੀ। ਯੂਕੇ ਨੇ ਕਰਕੇ ਦਿਖਾਤੀ, ਆਸਟ੍ਰੇਲੀਆ ਨੇ 2009 ਚ ਇੰਡੀਆ ਨੂੰ ਐ ਲੌਕ ਕਰਕੇ ਦਿਖਾਤਾ ਸੀਗਾ ਕਿ ਇੰਡੀਅਨ ਸਟੂਡੈਂਟ ਨਹੀਂ ਆਊਗਾ। ਅੱਜ ਆਸਟ੍ਰੇਲੀਆ ਭਾਜੀ ਪਰ ਵੀਜ਼ਾਸ ਇੰਨੇ ਪਿਆਰੇ ਗ੍ਰਾਂਟ ਕਰ ਰਿਹਾ, ਬਟ ਪ੍ਰੋਬਲਮ ਕੀ ਬੱਚਾ ਆਨਲਾਈਨ ਨਹੀਂ ਪੜ੍ਹਨਾ ਚਾਹ ਰਿਹਾ। ਆਸਟ੍ਰੇਲੀਆ ਇਸ ਮਨਸ਼ਾ ਨਾਲ ਵੀਜ਼ਾ ਗ੍ਰਾਂਟ ਕਰ ਰਿਹਾ ਕਿ ਆਨਲਾਈਨ ਪੜ੍ਹ ਲਓ, ਕਾਲਜਸ ਸਕਾਲਰਸ਼ਿਪਸ ਦੇ ਨੇ, ਅਗਲੇ ਇਨਟੇਕ ਚ ਕੁਛ ਨੇ ਫੀਸ ਘਟਾਤੀ। ਸੋ ਆਸਟ੍ਰੇਲੀਆ ਵੀਜ਼ਾ ਗ੍ਰਾਂਟਸ ਬਹੁਤ ਆ ਰਹੇ, ਚਾਹੇ ਉਹ ਹੈਲਥ ਵਰਕਰਸ ਦੇ ਨੇ, ਚਾਹੇ ਉਹ ਬਿਜ਼ਨਸ ਹੈ, ਚਾਹੇ ਆਈਟੀ ਹੈ, ਔਰ ਰੀਜਨਲ ਗ੍ਰਾਂਟਸ ਭਾਜੀ, ਬੀ ਇਟ ਐਡਲੇਡ, ਬੀ ਇਟ ਕੈਨਬਰਾ, ਬੀ ਇਟ ਪਰਥ, ਬੀ ਇਟ ਬ੍ਰਿਸਬਨ ਰੀਜਨਲ, ਰਾਈਟ, ਸਾਰੇ ਪਾਸੇ ਗ੍ਰਾਂਟਸ ਆ ਰਹੀਆਂ। ਸੋ ਆਸਟ੍ਰੇਲੀਆ 5.5 ਬੈਂਡ ਓਵਰਆਲ 1 ਚ 5 ਨਾਲ ਵੀਜ਼ਾ ਗ੍ਰਾਂਟਸ ਡਿਪਲੋਮਾ ਲੀਡਿੰਗ ਟੂ ਡਿਗਰੀ ਵੀ ਕਰ ਰਿਹਾ। ਬਟ ਇਹ ਸੋਚ ਕੇ ਕਰਿਓ ਕਿ ਪੜ੍ਹਨਾ 2-4 ਮਹੀਨੇ ਇੰਡੀਆ ਪੈਣਾ, ਪਹਿਲੇ ਸਮੈਸਟਰ ਦੀ ਫੀਸ ਚ ਨਾ ਕਮਾਉਣਾ ਹੈ, ਫੀਸ ਉਰੇ ਹੀ ਜਾਣੀ ਹੈ। ਮੇਰਾ ਬੱਚਿਆਂ ਨੂੰ ਇੱਕੋ ਸਵਾਲ ਹੈ, ਜੇ ਆਸਟ੍ਰੇਲੀਆ ਮੈਂ ਕਹਿੰਦਾ ਫੰਡ ਵੀ ਨਹੀਂ ਮੰਗਦਾ ਭਾਜੀ, ਉਸ ਤੋਂ ਬਾਅਦ ਉਹ ਬੁਲਾ ਕੇ ਕਹਿੰਦਾ ਕਿ ਮਿਸਟਰ ਅਮਨਦੀਪ, ਮਿਸਟਰ ਨਵਨੀਤ, ਵੈਰੀ ਗੁੱਡ, ਯੂ ਗॉट ਦਾ ਵੀਜ਼ਾ, ਤੁਸੀਂ ਪਹਿਲਾ ਸਮੈਸਟਰ ਆਨਲਾਈਨ ਕਿਉਂ ਨਹੀਂ ਕੀਤਾ? 에ਅਰਪੋਰਟ ਤੇ ਪੁੱਛਣ ਦਾ ਕੀ ਜਵਾਬ ਦਿਓਗੇ? ਇੰਟਰਨੈਟ ਹੈ ਨਹੀਂ ਸੀ, ਤੁਹਾਡੇ ਹੱਥ 'ਚ iPhone 12 ਫੜਿਆ ਹੋਣਾ ਵੀ ਤੁਹਾਡੇ ਦੇਸ਼ 'ਚ iPhone 12 ਮਿਲਦਾ,
ਤੁਹਾਡੇ ਕੋਲੇ ਦੁਨੀਆ ਭਰ ਦੇ ਫੋਨ ਆ, ਤੁਹਾਡੇ ਕੋਲ ਇੰਟਰਨੈਟ ਹੈ ਨਹੀਂ। ਸੋ ਆਸਟ੍ਰੇਲੀਆ ਹੁਣ ਪੈਕੇਜ ਗੱਲ ਉਹੀ ਹੋਣੀ ਹੈ ਜੋ ਕੈਨੇਡਾ ਵਾਲਿਆਂ ਨਾਲ ਹੋਈ, ਆਨਲਾਈਨ ਕਲਾਸਾਂ ਨਹੀਂ ਲਾਉਣੀਆਂ, ਡੈਫਰ ਕਰਾਉਂਦੇ ਰਹੇ, ਡੈਫਰ ਕਰਦੇ ਕਰਦੇ ਹੁਣ ਅਗਲੇ ਤੇ ਆ ਗਏ ਜਿਹੜੇ ਜਦ ਕਿ ਪਿਛਲੇ ਜਿਹਨਾਂ ਵੀਜ਼ੇ ਆਏ ਸੀ ਉਹ ਜਾਣ ਵਾਲੇ ਹੋ ਗਏ। ਭਾਜੀ ਇੱਕ ਸਵਾਲ ਇੱਥੇ ਆਉਂਦਾ ਹੈ ਕਿ ਜਦੋਂ ਅਗਲਾ ਇਹ ਸੋਚਦਾ ਹੈ ਪੈਕੇਜ ਵਾਲਾ ਕਿੱਥੇ ਫਸਦਾ ਭਗਤ ਮੇਰਾ ਭਰਾ, ਜਦੋਂ ਕਾਲਜ ਕੋ ਆਨਲਾਈਨ ਕਮੈਂਸਮੈਂਟ ਸ਼ੁਰੂ ਹੋਗੀ ਉਹਦੀ ਰਿਫੰਡ ਪਾਲਿਸੀ ਚੇਂਜ ਹੋਗੀ। ਸੋ ਅੱਧੇ ਏਜੰਟਸ ਹੀ ਬੱਚਿਆਂ ਨੂੰ ਆਪ ਗੁੰਮਰਾਹ ਕਰ ਰਹੇ ਕਿ ਆਨਲਾਈਨ ਪੜ੍ਹਾਈ ਨਾ ਕਰੋ, ਆਪਣੇ ਕਾਲਜ ਦੀ ਰਿਫੰਡ ਪਾਲਿਸੀ ਪੜ੍ਹ ਕੇ ਆਨਲਾਈਨ ਅਪਲਾਈ ਕਰੋ, ਆਨਲਾਈਨ ਪੜ੍ਹਾਈ ਕਰ ਲਓ, ਉਹਦੇ ਬਗੈਰ ਕੋਈ ਗੁਜ਼ਾਰਾ ਨਹੀਂ। ਆਸਟ੍ਰੇਲੀਆ ਪਤਾ ਨਹੀਂ ਜੁਲਾਈ 'ਚ ਪਹਿਲਾ ਬੈਚ ਲੈ ਜਾਂਦਾ, 1000 ਬੱਚਾ ਲੈ ਜਾਂਦਾ ਕਿ 2000 ਲੈ ਜਾਂਦਾ, ਰਾਈਟ, ਕਿ 10000 ਲੈ ਜਾਂਦਾ। ਜਿਹੜਾ ਜਨਰਲ ਸਟੂਡੈਂਟ ਜਾਣ ਵਾਲਾ ਉਹਨੂੰ ਨਾ ਯੂਕੇ ਰੋਕਦਾ, ਨਾ ਕੈਨੇਡਾ ਰੋਕਦਾ, ਨਾ ਆਸਟ੍ਰੇਲੀਆ ਰੋਕਦਾ, ਕੋਈ ਕੰਟਰੀ ਨਹੀਂ ਰੋਕਦੀ। ਸੋ ਭਾਜੀ ਹੁਣ ਸਿਨੈਰੀਓ ਟਰੈਵਲਿੰਗ ਨੂੰ ਲੈ ਕੇ ਕੀ ਲੱਗਦਾ ਭਾਜੀ? ਬਹੁਤ ਛੇਤੀ ਸਾਰੇ ਬਾਰਡਰਸ ਓਪਨ ਨਹੀਂ ਹੁੰਦੇ, ਜਿਹੜਾ ਕਿ ਸਾਡੇ ਕੰਮ ਲਈ ਸਭ ਤੋਂ ਵੱਧ ਘਾਤਕ ਹੈ। ਕਿ ਜੇ ਮੈਂ ਆਪਣੇ ਵਪਾਰੀਕਰਨ ਤੇ ਗੱਲ ਕਰਾਂ, ਬੱਚੇ ਆਇਲਸ ਤੇ ਜ਼ੋਰ ਲਾ ਲੈਣ, ਪ੍ਰੋਫਾਈਲ ਚੰਗਾ ਕਰ ਲੈਣ, ਸਕਾਲਰਸ਼ਿਪਸ ਵੱਲ ਨੂੰ ਤੁਰ ਲੈਣ, ਰਾਈਟ। ਆਨਲਾਈਨ ਪੜ੍ਹਾਈ ਆਪਣੇ ਲਈ ਇੱਕ ਸੱਚ ਹੈ। ਮੇਰੇ ਵਾਕਫ ਰਿਸ਼ਤੇਦਾਰ ਬੱਚੇ ਕਹਿਣਗੇ ਸਰ ਮਈ ਕਰਾ ਦਿਓ, ਮਈ 'ਚ ਚੱਲ ਜਾਗੇ ਕੈਨੇਡਾ, ਔਰ ਮੈਂ ਮੰਚ ਤੇ ਕਹਿ ਕੇ ਜਾ ਰਿਹਾ ਜਿਹੜਾ ਅੱਜ ਬੱਚਾ ਅਪਲਾਈ ਕਰੂਗਾ 99.9% ਮਈ 'ਚ ਜਹਾਜ਼ ਨਹੀਂ ਚੜ੍ਹਦਾ। ਜਿਹੜਾ ਅੱਜ ਅਪਲਾਈ ਕਰਕੇ ਜਾਊਗਾ ਮੈਂ ਆਫਰ ਲੈਟਰ 24 ਘੰਟੇ 'ਚ ਮੰਨ ਰਿਹਾ, ਮੈਂ ਫਾਈਲ ਲੱਗ ਰਿਹਾ 72 ਘੰਟਿਆਂ 'ਚ ਲੱਗ ਗਈ, ਜਾਂ ਮੈਂ ਕਹਿੰਦਾ ਸਾਰਾ ਕੁਛ ਹੀ ਜਾਓ ਗਾਣਾ ਨਹੀਂ ਸੀ ਬਦਲਾ ਤੋਂ ਪਾਰ ਗੱਪ ਛੱਡਦਾ, ਉਨੀ ਕਰ ਲੈਂਦੇ ਆਪਾਂ, ਰਾਈਟ। ਤਾਂ ਵੀ ਬਹੁਤ ਘੱਟ ਚਾਂਸ ਹੈ, ਤੁਸੀਂ ਥੱਲੇ ਚੈਟ 'ਚ ਪੜ੍ਹ ਲਓ ਬੱਚਿਆਂ ਦੇ ਕੱਦ ਦੀ PPRs ਨਹੀਂ ਆਈਆਂ, ਕਿੱਥੋਂ ਮੇ ਪਹੁੰਚ ਜਾਓਗੇ ਯਾਰ, ਰਾਈਟ। ਸੋ ਸੈਪਟੈਂਬਰ ਇਨਟੇਕ ਜੇ ਸਮੂਥ ਨਿਕਲ ਜਾਂਦੀ ਹੈ ਤਾਂ ਮੈਂ ਕਹੂੰਗਾ ਜੀ ਰੱਬ ਨੇ ਸਾਡੀ ਸੁਣ ਲਈ। ਕਰਨਵੀਰ ਕਾਫੀ ਵਾਰੀ ਸਵਾਲ ਕਰ ਚੁੱਕੇ ਨੇ, ਪੁੱਛ ਲੈਣਾ ਚਾਹੁੰਦਾ ਤੁਹਾਡੇ ਹਿਸਾਬ ਨਾਲ ਸਰ ਅਪ੍ਰੈਲ ਤੱਕ ਸਾਰਾ ਬੈਕਲੌਗ ਕਲੀਅਰ ਹੋ ਜਾਊਗਾ? ਬਿਲਕੁਲ ਨਹੀਂ ਹੁੰਦਾ, ਮੇਰੇ ਹਿਸਾਬ ਨਾਲ ਨਹੀਂ ਹੁੰਦਾ। ਬੈਕਲੌਗ ਰਹੂਗਾ ਕਿਉਂਕਿ ਨਵੀਂ ਐਪਲੀਕੇਸ਼ਨ ਵੀ ਉਸ ਪੇਜ ਤੇ ਆ ਰਹੀ ਹੈ। ਅੱਛਾ, ਇੱਕ ਹੋ ਰਿਹਾ ਕੈਨੇਡਾ ਦੇ ਵਿੱਚ ਬੈਕਲੌਗ ਨੂੰ ਹਲੇ ਫਿਰ ਮੈਨੂੰ ਲੱਗਦਾ ਸਟਕ ਕਰ ਲਿਆ ਗਿਆ, ਜਿਹੜੀ ਨਵੀਂ ਐਪਲੀਕੇਸ਼ਨਸ ਨੇ ਉਹਦੇ PPR ਸਾਰਾ ਕੁਝ ਬੜੀ ਛੇਤੀ ਹੋ ਰਿਹਾ ਸਾਰਾ ਕੁਝ। ਕੇਸਿਸ ਹੁੰਦਾ ਕੀ ਹੈ, ਜੇ ਤੁਹਾਡੀ ਮੇਰੀ ਫਾਈਲ ਲੱਗੀ ਹੈ, ਤੁਹਾਡੇ ਮੇਰੇ ਵਰਗੇ 50 ਦਾ ਗਰੁੱਪ ਹੈ, ਇੱਕ ਦੀ ਨਵੇਂ ਦੀ ਆ ਕੇ ਪਕੜਾ, ਨਵੇਂ ਆ ਕੇ ਪੁਰਾਣੇ ਨਹੀਂ ਆਏ। ਸੋ ਇਹਦਾ ਐਕਚੁਅਲ ਜਵਾਬ ਮੇਰੇ ਕੋਲੇ ਵੀ ਹੈ ਨਹੀਂ, ਸ਼ਾਇਦ ਇਹ ਜੇ ਕੋਈ ਹੁਣ ਇਹ ਤਾਂ ਹੈ ਨਹੀਂ ਕਿ ਫਾਈਲਾਂ ਥੱਲੇ ਪਈਆਂ ਚੱਕਣੀਆਂ ਨਹੀਂ, ਫਾਈਲਾਂ ਉੱਪਰ ਵਾਲੀ ਚੱਕਣੀ ਹੈ। ਸੋ ਹਾਂ ਕਿਤੇ ਉਹਨਾਂ ਦੇ ਮਨ 'ਚ ਹੋ ਸਕਦਾ ਵੀ ਯਾਰ ਫਰੈਸ਼ ਮੈਡੀਕਲ ਹੈ, ਇਹਦਾ ਡਿਸੀਜਨ ਇਮੀਡੀਏਟ ਦੇ ਸਕਦੇ, ਦੇ ਮੇ ਬੀ ਦੇ ਹੈਵ ਅ ਪਾਲਿਸੀ ਕਿ ਇਹਦਾ ਬਾਇਓਮੈਟ੍ਰਿਕ ਫਰੈਸ਼ ਹੈ, ਇਹਦਾ ਪਾਸਪੋਰਟ ਫਰੈਸ਼ ਹੈ, ਮੈਡੀਕਲ ਫਰੈਸ਼ ਹੈ, ਦੇ ਲੈਪਸ ਨਾ ਹੋਵੇ, ਮਾਈਟ ਬੀ ਦੈਟਸ ਦਾ ਪਾਲਿਸੀ, ਰਾਈਟ। ਸੋ ਬਾਕੀ ਕੋਈ ਇਹਦਾ ਗਣਿਤ ਨਹੀਂ ਜਾਣਦਾ, ਅੰਬੈਸੀ ਉਹ ਜਾਣਦੀ ਹੈ ਜੇ ਜਾਣਦੀ ਹੈ ਤਾਂ ਸੋ ਕੋਸ਼ਿਸ਼ ਹੀ ਕਰ ਰਹੇ ਹਾਂ ਜੀ ਤੁਹਾਡੇ ਅੱਗੇ ਸਾਰੇ ਸਵਾਲਾਂ ਦੇ ਜਵਾਬ ਦੇ ਸਕੀਏ, ਬਟ ਅੱਜ ਜਿੰਨੀ ਕੁ ਡਿਸਕਸ਼ਨ ਹੋਈ ਹੈ ਉਹ 'ਚ ਗੱਲ ਨਿਕਲ ਕੇ ਸਾਹਮਣੇ ਇਹ ਵੀ ਇੰਟਰਵਿਊ ਹੋ ਰਹੀਆਂ, ਤੁਸੀਂ ਇਹ ਮੰਨ ਕੇ ਚੱਲੋ, ਤਿਆਰੀ ਰੱਖੋ। ਜੇ ਨਹੀਂ ਪਤਾ ਆਪਣੇ ਕਾਲਜ ਕੋਰਸ ਬਾਰੇ ਪਲੀਜ਼ ਆਪਣੇ ਏਜੰਟ ਕੋਲ ਜਾਓ, ਉਹਨੂੰ ਕਹੋ ਜੀ ਸਾਨੂੰ ਡਿਟੇਲ ਦਿਓ, ਕਿਹੜੇ ਕਾਲਜ ਭੇਜ ਰਹੇ ਹੋ, ਕਿਹੜੇ ਕੋਰਸ ਭੇਜ ਰਹੇ ਹੋ, ਚਾਰਜਿਸ ਨੂੰ ਲੈ ਕੇ ਹੁਣ ਤੁਸੀਂ ਕੀ ਕਹਿਣਾ ਹੈ। ਇਹ ਮੇਰੇ ਖਿਆਲ ਜਦੋਂ ਪੁੱਛਦੇ ਆ ਏਜੰਟ ਨਾਲ ਕਮਿਟਮੈਂਟ ਕੀ ਹੋਈ ਹੈ ਜੀ, ਪਹਿਲੇ ਕਿੰਨੇ ਦਿੱਤੇ ਹੈ ਜੀ, ਫੀਸ ਕਿੰਨੀ ਭਰੀ ਹੈ ਜੀ, ਜੇ ਤੁਹਾਨੂੰ ਇਹ ਵੀ ਨਹੀਂ ਪਤਾ, ਇੱਕ ਮੈਂ ਜ਼ਰੂਰ ਚਾਹੂੰਗਾ ਫੀਸ ਜ਼ਰੂਰ ਪੁੱਛਿਓ। ਭਾਜੀ ਇਹਦੇ ਤੁਸੀਂ ਕਲੀਅਰ ਕਹਿ ਸਕਦੇ ਹੋ ਮੇਰੇ ਤੋਂ ਪਹਿਲਾਂ 5000 ਲਿੱਤਾ, ਬਾਅਦ 'ਚ ਲੱਖ ਰੁਪਏ ਵੀਜ਼ੇ ਤੋਂ ਬਾਅਦ ਲੈਣਗੇ, ਐਮਐਸਸੀ ਨੂੰ ਕੋਈ ਪ੍ਰੋਬਲਮ ਨਹੀਂ। ਇਹ ਤੁਸੀਂ ਕਹਿ ਦਿਓ ਕਿ ਮੈਂ 10 ਲੱਖ ਦੇਣਾ ਜੀ ਫੀਸ ਕਿੰਨੀ, ਮੈਨੂੰ ਪਤਾ ਨਹੀਂ। ਇੱਕ ਜਨਰਲ ਗੱਲ ਦੱਸੋ, ਤੁਸੀਂ ਮੇਰੀ ਫੀਸ ਭਰੀ ਜਾਂ ਮੈਂ ਤੁਹਾਡੇ ਤੋਂ ਪੈਕੇਜ ਲਿਆ, ਤੁਸੀਂ ਨਾ ਮੈਨੂੰ ਫੀਸ ਦੱਸੀ ਨਾ ਕੁਛ, ਆਪਣੀ ਗੱਲ ਹੋ ਗਈ ਜੀ 12 ਜਾਂ 15 ਲੱਖ ਰੁਪਏ 'ਚ। ਜਦੋਂ ਅੱਜ ਜਾ ਕੇ ਮੈਂ ਤੁਹਾਨੂੰ ਸਵਾਲ ਕਰੂੰਗਾ ਭਾਜੀ ਇੰਟਰਵਿਊ ਆ ਰਹੀ ਆ, ਮੈਨੂੰ ਫੀਸ ਦੱਸੋ ਮੇਰੀ ਕਿੰਨੀ ਹੈ, ਜੇ ਵੀਜ਼ਾ ਅਫਸਰ ਨੇ ਪੁੱਛ ਲਈ ਮੈਂ ਕੀ ਦੱਸੂਗਾ? ਤੁਸੀਂ ਕਹਿਣਾ 3 ਲੱਖ ਰੁਪਈਆ ਫੀਸ ਆ, ਫਿਰ ਮੇਰੇ ਮਨ 'ਚ ਵੀ ਆਣਾ ਭਾਜੀ ਮੈਂ 12 ਲੱਖ ਦਾ ਦੇਣਾ। ਭਾਜੀ ਇਹ ਜਾਣਨਾ ਜ਼ਰੂਰੀ ਹੈ। ਦੇਖੋ ਜੇ ਵੀਜ਼ਾ ਅਫਸਰ ਤੁਹਾਨੂੰ ਪੁੱਛੇਗਾ ਤੁਹਾਨੂੰ ਦੱਸਣਾ ਪੈਣਾ ਫੀਸ ਕਿੰਨੀ ਭਰੀ ਹੈ, ਜੇ ਨਹੀਂ ਭਰੀ ਦੱਸ ਪਾਏ ਤੁਹਾਨੂੰ ਇਹਦਾ ਮਤਲਬ ਤੁਸੀਂ ਆਪ ਭਰੀ। ਭਾਜੀ ਬੈਨ ਨਾ ਲੱਗ ਜੇ ਇੰਟਰਵਿਊ ਜੈਨੂਇਨ ਹੋਈ ਤਾਂ ਬੈਨ ਲੱਗ ਸਕਦਾ, ਜੈਨੂਇਨ ਨਾ ਹੋਈ ਜੇ ਨਹੀਂ ਜੇ ਅੱਜ ਅੱਛਾ ਜੇ ਆ ਰਹੀ ਹੈ ਇੰਟਰਵਿਊ ਜੈਨੂਇਨ, ਜੇ ਕੈਨੇਡੀਅਨ ਕੌਂਸੂਲੇਟ ਤੋਂ ਐਕਚੁਅਲੀ ਇੰਟਰਵਿਊ ਆਉਂਦੀ ਹੈ ਔਰ ਤੁਸੀਂ ਉਹਨਾਂ ਨੂੰ ਕਨਫਲਿਕਟਿੰਗ ਇਨਫੋਰਮੇਸ਼ਨ ਦਿੰਦੇ ਹੋ ਤਾਂ ਵੀਜ਼ਾ ਆਫਿਸਰ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਅੰਡਰ ਹੀ ਕੈਨ ਬੈਨ ਯੂ। ਸੋ ਇਹ ਜਿਹਾ ਕੁਝ ਨਾ ਹੋਵੇ ਜੀ, ਔਰ ਬੈਨ ਇਹੋ ਜਿਹਾ ਭਾਜੀ ਮੁੜ ਕੇ ਸਪਾਊਸ ਵੀਜ਼ਾ, ਵਿਜ਼ਟਰ ਵੀਜ਼ਾ, PR ਵੀਜ਼ਾ ਕੋਈ ਨਹੀਂ ਅਪਲਾਈ, ਫੈਮਿਲੀ ਨੂੰ ਵੀ ਇਫੈਕਟ ਕਰਦਾ। ਯੈਸ ਇਟਸ ਅ ਬੈਨ। ਸੋ ਆਪਣੇ ਏਜੰਟ ਤੱਕ ਜ਼ਰੂਰ ਪਹੁੰਚ ਕਰੋ, ਆਪਣੀ ਫੀਸ ਬਾਰੇ ਜਾਣਕਾਰੀ ਲਓ, ਕਾਲਜ ਬਾਰੇ ਲਓ, ਕੋਰਸ ਬਾਰੇ ਲਓ, ਇੰਟਰਵਿਊ ਆ ਸਕਦੀ ਹੈ ਇਹੀ ਮੰਨ ਕੇ ਚੱਲੋ, ਕਿਤੇ ਵੀ ਰੈਂਡਮਲੀ ਇੰਟਰਵਿਊ ਆ ਸਕਦੀ ਹੈ। ਸੋ ਅੱਜ ਦੇ ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਨਵਨੀਤ ਜੀ ਸ਼ੋਅ 'ਚ ਆਉਣ ਲਈ ਧੰਨਵਾਦ। ਥੈਂਕ ਯੂ ਭਾਜੀ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।